ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਅਸੀਂ ਗੱਲਬਾਤ ਕਰਨੀ ਹੈ ਆਪਣੇ ਵਿਰਸੇ ਦੀ, ਆਪਣੇ ਸੱਭਿਆਚਾਰ ਦੀ, ਆਰਟ ਨਾਲ ਜੁੜੇ ਹੋਏ ਲੋਕਾਂ ਦੀ ਤੇ ਉਹਨਾਂ ਨੂੰ ਕੈਨੇਡਾ ਵਿੱਚ ਆ ਕੇ ਇਹ ਮੌਕੇ ਕਿਵੇਂ ਮਿਲ ਸਕਦੇ ਆ ਤੇ ਦੁਨੀਆ ਭਰ ਦੇ ਆਰਟਿਸਟ ਲੋਕਾਂ ਨੂੰ ਇਸ ਵਕਤ ਇੱਕ ਮੰਚ ਤੇ ਕਿਵੇਂ ਲਿਆਂਦਾ ਜਾ ਰਿਹਾ ਹੈ। ਕਮਲਦੀਪ ਸਿੰਘ ਮਾਨ ਅੱਜ ਸਾਡੇ ਮਹਿਮਾਨ ਰਹਿਣਗੇ, ਫੋਕ ਸਟਾਰ ਆਰਟਸ ਅਕੈਡਮੀ ਤੋਂ ਨੇ। ਉਹਨਾਂ ਦੇ ਨਾਲ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਕਿ ਕਿੰਨੇ ਕੁ ਵਰੇ ਹੋ ਗਏ ਆ ਉਹ ਇਸ ਆਰਟ ਦੇ ਨਾਲ ਜੁੜਿਆਂ ਨੂੰ, ਤੇ ਜਿਹੜੇ ਨਵੇਂ ਲੋਕ ਜੁੜਨਾ ਚਾਹੁੰਦੇ ਨੇ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਪਹਿਲਾਂ ਹੀ ਆਰਟ ਦਾ ਸ਼ੌਕ ਹੋਵੇ, ਪਰ ਕਈ ਵਾਰੀ ਅੰਦਰ ਸਾਡੇ ਕਲਾਕਾਰ ਬੈਠਾ ਡੰਡ ਬੈਠਕਾ ਤਾਂ ਮਾਰ ਰਿਹਾ ਹੁੰਦਾ ਪਰ ਕੋਈ ਮੰਚ ਨਹੀਂ ਮਿਲਦਾ, ਕੋਈ ਬਾਂਹ ਨਹੀਂ ਫੜਦਾ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੌਰਾਨ ਕਰਨ ਦੀ ਕੋਸ਼ਿਸ਼ ਕਰਾਂਗੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਸਭ ਤੋਂ ਪਹਿਲਾਂ ਸੰਸਾਰ ਭਰ ਵਿੱਚ ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਔਰ ਜਿੰਨੇ ਵੀ ਦੁਨੀਆ ਦੇ ਵਿੱਚ ਇਸ ਪੰਜਾਬੀ ਸੱਭਿਆਚਾਰ ਦੇ ਔਰ ਪੰਜਾਬੀਅਤ ਦੇ ਖੈਰਗਵਾਹ ਨੇ ਉਹਨਾਂ ਨੂੰ ਸਾਡੀ ਸਮੁੱਚੀ ਸੰਸਥਾ ਵੱਲੋਂ, ਫੋਕ ਸਟਾਰ ਆਰਟਸ ਅਕੈਡਮੀ ਵੱਲੋਂ ਅਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਇਹ ਦੱਸੋ, ਆਮ ਤੌਰ ਤੇ ਜਦੋਂ ਆਪਾਂ ਕਿਸੇ ਵੀ ਕਿੱਤੇ ਦੇ ਵਿੱਚ ਜੁੜਦੇ ਹਾਂ, ਕਈ ਵਾਰ ਤਾਂ ਸਾਡੀ ਮਜਬੂਰੀ ਹੁੰਦੀ ਹੈ, ਪਰ ਬਹੁਤੀ ਵਾਰੀ ਸਾਡਾ ਸ਼ੌਕ ਹੁੰਦਾ ਹੈ ਜੀ। ਤੁਹਾਨੂੰ ਕਾਲਜ ਤੋਂ, ਸਕੂਲ ਵੇਲੇ ਤੋਂ ਕਦੋਂ ਸੀ ਭੰਗੜੇ ਨਾਲ ਮੁਹੱਬਤ, ਪਿਆਰ, ਕਿੰਨਾ ਕੁ ਸਮਾਂ ਹੋ ਗਿਆ ਜੀ? ਲਗਭਗ 28 ਵਰੇ ਹੋ ਗਏ ਜੀ। ਮੈਂ 1992 ਦੇ ਵਿੱਚ ਸਕੂਲ ਪੜ੍ਹਦੇ ਹਾਂ। ਮੇਰਾ ਪਿੰਡ ਪਿਛੋਕੜ ਪੰਜਾਬ ਤੋਂ, ਜ਼ਿਲ੍ਹਾ ਅੰਮ੍ਰਿਤਸਰ, ਰਈਆ ਪਿੰਡ ਹੈ ਜੀ ਸਾਡਾ। ਜੀ ਜੀ। ਔਰ ਸਕੂਲ ਪੜ੍ਹਦੇ ਹੀ ਰਈਆ ਮੰਡੀ ਜਿਹੜੀ ਜਿਹਦੀ ਗੱਲ ਹੁੰਦੀ ਜੀ ਜੀ, ਰਈਆ ਮੰਡੀ ਜੀ। ਸਾਡਾ ਰਈਆ ਬਹੁਤ ਘੱਟ ਲੋਕਾਂ ਨੂੰ ਪਤਾ ਜੀ। ਰਈਆ ਮੰਡੀ ਤੇ ਰਈਆ ਖੁਰਦ ਦੋ ਪਿੰਡ ਨੇ ਔਰ ਵਿਚਾਲੇ ਇੱਕ ਰੇਲਵੇ ਦਾ ਟਰੈਕ ਹੈ। ਤੇ ਸੋ ਇਸ ਕਰਕੇ ਮੇਰਾ ਪਿਛੋਕੜ ਗੁਰੂ ਪੀਰ ਮਹਾਰਾਜ ਕਿਰਪਾ ਦੇ ਨਾਲ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰਈਆ ਮੰਡੀ ਤੋਂ ਨੇੜੇ ਬਾਬਾ ਬਕਾਲਾ ਸਾਹਿਬ ਤੋਂ ਜੀ। ਅੱਛਾ, ਮੈਨੂੰ ਇਹ ਦੱਸਿਓ, ਉੱਥੇ ਸਕੂਲ ਦੇ ਵਿੱਚ ਪੜ੍ਹਦਿਆਂ ਕਈ ਵਾਰੀ ਤਾਂ ਹੁੰਦਾ ਸਾਡਾ ਕਬੱਡੀ ਵੱਲ ਸ਼ੌਕ ਹੈ, ਕਿਸੇ ਦਾ ਆਰਟ ਥੀਏਟਰ ਵੱਲ ਸ਼ੌਕ ਹੈ, ਸੱਚੀ ਮੁੱਚੀ ਭੰਗੜੇ ਨਾਲ ਉਦੋਂ ਤੋਂ ਜੁੜੇ, ਅੱਜ ਤੱਕ ਜੁੜੇ ਜੀ? ਬਿਲਕੁਲ ਜੀ। ਮਾਲਕ ਦੀ ਕਿਰਪਾ ਕਿ ਪਹਿਲੇ ਦਿਨ ਤੋਂ ਲੈ ਕੇ, ਕਿਉਂਕਿ ਸਕੂਲ ਦੇ ਵਿੱਚ ਸਰਦਾਰ ਕੇਵਲ ਸਿੰਘ ਬਾਠ ਇੰਚਾਰਜ ਹੁੰਦੇ ਸੀਗੇ, ਸਰਦਾਰ ਬਿੰਦਰ ਸਿੰਘ ਭਾਜੀ ਰਮੀਦੀ ਤੋਂ, ਔਰ ਇਹਨਾਂ ਨੇ ਇੱਕ ਮਾਹੌਲ ਸਿਰਜਿਆ ਹੋਇਆ ਸੀਗਾ ਸਕੂਲ ਦੇ ਵਿੱਚ ਆਲਰੇਡੀ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਪਹਿਲੀ ਵਾਰੀ ਸਕੂਲ ਦੀ ਟੀਮ ਦੇ ਵਿੱਚ ਵੀ ਭਾਗ ਲੈਣ ਦੇ ਲਈ ਲਗਭਗ ਮੈਨੂੰ 1-2 ਵਾਰੀ ਪਹਿਲਾਂ ਉਹਨਾਂ ਨਾਲ ਐਜ਼ ਏ ਟੀਮ ਦੇ ਵਿੱਚ ਸਪੇਅਰ ਦੇ ਤੌਰ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ। ਕਿ ਕਿਵੇਂ ਉਹ ਸ਼ੌਂਕ ਸੀਗਾ, ਸਕੂਲ ਪੜ੍ਹਦਿਆਂ ਕਲਾਸ ਲੱਗੀ ਹੋਣੀ, ਢੋਲ ਦੀ ਆਵਾਜ਼ ਕੰਨਾਂ 'ਚ ਪੈਣੀ ਤੇ ਸੁਰਤ ਜਿਹੜੀ ਹੁੰਦੀ ਸੀ ਉਹ ਢੋਲ ਵੱਲ ਹੁੰਦੀ ਸੀ, ਤੇ ਦਿਲ ਕਰਦਾ ਹੁੰਦਾ ਸੀਗਾ ਵੀ ਯਾਰ ਕਦੋਂ ਕੋਈ ਸਬੱਬ ਬਣੇ ਤੇ ਕਿਵੇਂ ਨਾ ਕਿਵੇਂ ਜਾ ਕੇ ਟੀਮ 'ਚ ਜਾਇਆ ਜਾਵੇ। ਸੋ ਉੱਥੋਂ ਲਾਗ ਲੱਗਦੀ ਜਿਹੜੀ ਕਹਿ ਲਓ ਵੀ ਸ਼ੁਰੂਆਤ ਹੁੰਦੀ ਗਈ ਜੀ। ਅੱਛਾ, ਜਦੋਂ ਆਪਾਂ ਵੇਖਦੇ ਹਾਂ ਕਿ ਢੋਲ ਕਿਤੇ ਵੱਜਦਾ, ਪੱਬ ਸਾਡੇ ਕਿਤੇ ਬੈਠਿਆਂ ਦੇ ਥਿਰਕ ਰਹੇ ਹੈ, ਪਰ ਕਈ ਵਾਰੀ ਤਾਂ ਸਾਨੂੰ ਮੌਕਾ ਨਹੀਂ ਬਣਦਾ ਜੀ। ਫਿਰ ਉਹ ਕਿਵੇਂ ਤੁਸੀਂ ਸਪੇਅਰ ਦੇ ਤੌਰ ਤੇ ਵੀ ਉਦੋਂ ਮਹਿਸੂਸ ਕਰਦੇ ਹੁੰਦੇ ਸੀ ਯਾਰ ਮੈਨੂੰ ਬਾਹਰ ਬਿਠਾਇਆ ਹੋਇਆ, ਕਿਤੇ ਅੰਦਰ ਪਾ ਕੇ ਤਾਂ ਦੇਖਣ ਜੇ ਮੈਂ ਲੁੱਡੀਆਂ ਨਾ ਪਵਾ ਦਿਆਂ ਜੀ? ਬਿਲਕੁਲ ਇੱਦਾਂ ਦੀ ਭਾਵਨਾ ਤੇ ਹੁੰਦੀ ਹੈ ਜੀ, ਕਿਉਂਕਿ ਇੱਕ ਜੋਸ਼ ਦਾ, ਇੱਕ ਖੁਸ਼ੀ ਦਾ, ਇੱਕ ਖੇੜੇ ਦਾ ਪ੍ਰਤੀਕ ਹੈ ਜੀ ਸਾਡੇ ਲੋਕ ਨਾਚ ਜਿਹੜੇ ਨੇ ਜੀ। ਉਹਨਾਂ ਦੇ ਵਿੱਚ ਜਦੋਂ ਮਨ ਦੇ ਵਿੱਚ ਭਾਵਨਾ ਬਹੁਤ ਸੀਗੀ ਖਾਸ ਤੌਰ ਦੇ ਉੱਤੇ, ਪਰ ਆਪਣੇ ਆਪ 'ਚ ਕਿਤੇ ਇਹ ਵੀ ਪਤਾ ਸੀਗਾ ਕਿ ਮੇਰੇ ਨਾਲੋਂ ਕੁਛ ਗੱਲਾਂ ਦੇ ਵਿੱਚ ਉਹ ਬਿਹਤਰ ਨੇ ਜੋ ਟੀਮ ਦੇ ਵਿੱਚ ਪਾ ਰਹੇ ਨੇ। ਕਦੀ ਵੀ ਇਸ ਪੱਖ ਤੋਂ ਨਹੀਂ ਹੋਇਆ ਸੀਗਾ ਕਿ ਜਿੱਤਣਾ ਜਾਂ ਹਾਰਨਾ, ਜਾਂ ਕਿਉਂਕਿ ਉਹ ਟੀਮ ਜਿਹੜੀ ਸੀਗੀ ਆਲਰੇਡੀ ਜਿਹੜੀ ਸਕੂਲ ਦੇ ਵਿੱਚ ਬਣੀ ਹੋਈ ਸੀ, ਉਹ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੀ ਸੀ। ਔਰ ਮੈਨੂੰ ਅੱਜ ਵੀ ਯਾਦ ਆ ਕਿ ਭੰਗੜੇ ਦਾ ਸਟੈਪ ਹੁੰਦਾ ਚਾਲ, ਜਦੋਂ ਰਿਦਮ ਕਿਵੇਂ ਜ਼ਰੂਰੀ ਹੈ ਉੱਥੇ ਮੈਂ ਤੁਹਾਨੂੰ ਦੱਸਦਾ ਕਿ ਪਹਿਲੀ ਵਾਰੀ ਰਿਦਮ ਦੇ ਵਿੱਚ ਨਾ ਆਉਣ ਕਰਕੇ ਕੁਛ 1-2 ਸਟੈਪਸ ਦੇ ਉੱਤੇ ਮੈਨੂੰ ਲਗਭਗ 2 ਵਾਰੇ ਬਾਹਰ ਸਪੇਅਰ ਹੀ ਕਰਨੀ ਪਈ ਜੀ, ਜਦ ਕਿ ਬਾਕੀ ਸਟੈਪ ਦੇ ਵਿੱਚ ਹੋ ਸਕਦਾ ਮੈਂ ਬਹੁਤਿਆਂ ਦੇ ਵਿੱਚ ਮੇਰੀ ਵਧੀਆ ਮੁਹਾਰਤ ਸੀਗੀ। ਪਰ ਉੱਥੋਂ ਇਹ ਵੀ ਸਿੱਖਣ ਨੂੰ ਮਿਲਿਆ ਕਿ ਹੌਲੀ ਹੌਲੀ ਤਰਤੀਬਵਾਰ ਸਟੈਪ ਬਾਏ ਸਟੈਪ ਚੀਜ਼ਾਂ ਚੱਲੀਆਂ, ਔਰ ਵਾਹਿਗੁਰੂ ਦੀ ਕਿਰਪਾ ਨਾਲ ਇੰਨੀ ਕੁ ਜਨੂੰਨ ਨਾਲ, ਇੰਨੀ ਕੁ ਸ਼ਿੱਦਤ ਨਾਲ ਮਿਹਨਤ ਕੀਤੀ ਕਿ ਉਸਤਾਦ ਦੇ ਖਾਧੇ ਡਗਿਆਂ ਨੂੰ ਵੀ ਆਣ ਕੇ ਘਰੇ ਨਹੀਂ ਸੀ ਦੱਸੀਦਾ, ਤੇ ਪਿੱਠ ਦੇ ਉੱਤੇ ਕਈ ਵਾਰੀ ਡਗਾ ਵੀ ਪੈ ਜਾਣਾ ਤੇ ਉੱਥੇ ਉਹ ਨਿਸ਼ਾਨ ਬਣਿਆ ਹੋਣ ਤੇ ਕਈ ਵਾਰੀ ਘਰੇ ਆ ਕੇ ਗੱਲ ਉਹ ਨਾ ਕਰਨੀ, ਪਰ ਅਗਲੇ ਦਿਨ ਉਸੇ ਰੂਹ ਨਾਲ ਹੀ ਉੱਥੇ ਜਾ ਕੇ ਉਸੇ ਸਟੇਜ ਤੇ ਉਸੇ ਜਗ੍ਹਾ ਤੇ ਪ੍ਰੈਕਟਿਸ ਕਰਨੀ। ਔਰ 2 ਸਾਲ ਬਾਅਦ ਮੈਂ ਉਸੇ ਟੀਮ ਦਾ ਕੈਪਟਨ ਬਣਿਆ ਜੀ। ਇਹ ਮੇਰੇ ਲਈ ਸੁਭਾਗ ਵਾਲੀ ਗੱਲ ਹੈ ਜੀ। ਮਾਨ ਸਾਹਿਬ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਤੁਸੀਂ ਅਹਿਮ ਗੱਲ ਕੀਤੀ ਹੈ ਕਿ ਮੈਨੂੰ ਭੰਗੜੇ ਦੀ ਟੀਮ ਦੇ ਵਿੱਚ ਸਪੇਅਰ ਦੇ ਤੌਰ ਤੇ 2 ਸਾਲ ਵਿਚਰਨਾ ਪਿਆ ਕਿ ਮੇਰਾ ਸਟੈਪ ਰਿਦਮ 'ਚ ਨਹੀਂ ਸੀ ਜੀ। ਅੱਜ ਜਿਹੜੇ ਸਾਡੇ ਬਹੁਤ ਸਾਰੇ ਕਲਾਕਾਰ ਗਾਉਂਦੇ ਆ ਨਾ ਜੀ, ਔਰ ਰਿਦਮ ਵਾਲੀ ਤਾਂ ਗੱਲ ਬਹੁਤ ਦੂਰ ਦੀ ਆ, ਉਹਨਾਂ ਨੇ ਗਾਉਣਾ ਆਉਂਦਾ ਤੇ ਤੁਸੀਂ ਸਿਰਫ ਭੰਗੜਾ ਪਾਉਣਾ ਸੀ, ਇਹਦਾ ਮਤਲਬ ਬਹੁਤ ਲਾਜ਼ਮੀ ਹੈ। ਕਈ ਵਾਰੀ ਕਹਿੰਦੇ ਨੇ ਮੈਂ ਸੁਰ 'ਚ ਨਹੀਂ, ਸੁਰ 'ਚ ਤਾਂ ਗੱਲ ਹੋਣਾ ਦੂਰ ਹੈ, ਬਹੁਤੇ ਤਾਲ 'ਚ ਵੀ ਹੈ ਨਹੀਂ, ਪਰ ਭਾਈ ਜੀ ਦਾ ਕੰਮ ਚੱਲਦਾ, ਉਹ ਚਲਾਈ ਜਾਂਦਾ ਜੀ। ਅੱਛਾ, ਮੈਨੂੰ ਫਿਰ ਇਹ ਦੱਸਿਓ,
ਉਹ ਸਕੂਲ ਦਾ ਹਾਈ ਸਕੂਲ ਦੇ ਵਿੱਚ ਭੰਗੜਾ ਪਾਉਂਦੇ ਜਾਂ ਸੈਕੰਡਰੀ ਸਕੂਲ ਸੀ? ਸੈਕੰਡਰੀ ਸਕੂਲ ਸੀਗਾ ਜੀ, ਸ਼ੁਰੂਆਤ ਉੱਥੋਂ ਹੋਈ। ਫਿਰ ਮੈਂ ਜਦੋਂ ਟੀਮ ਦਾ ਜਿਵੇਂ ਤੁਹਾਨੂੰ ਮੈਂ ਜ਼ਿਕਰ ਕੀਤਾ ਕਿ ਜਦੋਂ ਮੈਂ ਟੀਮ 'ਚ ਆਇਆ ਔਰ ਉਹਨਾਂ ਹੀ ਕੋਚ ਸਾਹਿਬਾਨ ਨੇ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਟੀਮ ਨੂੰ ਲੀਡ ਕਰਨ ਦਾ ਮੌਕਾ ਮਿਲਿਆ। ਫਿਰ ਅਸੀਂ ਉਹਨਾਂ ਸਮੇਂ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲੇ ਹੁੰਦੇ ਸੀਗੇ। ਫਿਰ ਅਸੀਂ ਤਹਿਸੀਲ, ਡਿਸਟ੍ਰਿਕਟ, ਜ਼ੋਨਲ ਤੇ ਸਟੇਟ ਤੱਕ ਸਾਡੀ ਟੀਮ ਜਿਹੜੀ ਉਹ ਜਿੱਤਦੀ ਰਹੀ। ਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਸਮੇਂ 'ਚ ਮੇਰੀ ਸ਼ੁਰੂਆਤ ਜਿਹੜੀ ਸਾਜ਼ ਦੇ ਨਾਲ ਭੰਗੜੇ ਦੀ ਆ, ਕਪੂਰਥਲੇ ਤੋਂ ਸੁੱਖੀ ਉਸਤਾਦ ਨੇ, ਸੁਖਵਿੰਦਰ ਸੁੱਖੀ, ਉਹਨਾਂ ਤੋਂ ਸ਼ੁਰੂ ਹੋਈ। ਔਰ ਉਹਨਾਂ ਤੋਂ ਸ਼ੁਰੂ ਹੋ ਕੇ ਫਿਰ ਅਸੀਂ ਜਿਹੜੀਆਂ ਪੰਜਾਬ ਦੀਆਂ ਨਾਮਵਰ ਜਿਹੜੀਆਂ ਟੀਮਾਂ ਸੀਗੀਆਂ ਉਹਨਾਂ ਸਮਿਆਂ ਦੇ ਵਿੱਚ ਅਸੀਂ ਉਹਨਾਂ ਨਾਲ ਅਸੀਂ ਮੁਕਾਬਲੇ, ਜਦ ਕਿ ਮੈਂ ਨਿੱਜੀ ਤੌਰ 'ਤੇ ਹੁਣ ਇਸ ਚੀਜ਼ ਨੂੰ ਇੰਨੇ ਤਜਰਬੇ ਕਹਿ ਲਓ ਜਾਂ ਇੰਨੇ ਲੰਮੇ ਅਰਸੇ ਬਾਅਦ ਮਹਿਸੂਸ ਕਰਦਾ ਕਿ ਲੋਕ ਨਾਚ ਇੱਕ ਮੁਕਾਬਲੇ ਦੀ ਵੰਨਗੀ ਦਾ ਰੂਪ ਨਾ ਹੋਣ ਕੇ ਇਹ ਤਾਂ ਸਾਡੀ ਖੁਸ਼ੀ ਦੇ ਖੇੜੇ ਦਾ ਪ੍ਰਤੀਕ ਸੀ। ਪਰ ਉਦੋਂ ਇੱਕ ਇਹ ਵੀ ਹੁੰਦਾ ਸੀਗਾ ਕਿ ਵਧੀਆ ਨੱਚਣਾ, ਜਿੱਤਣ ਦੀ ਨਹੀਂ, ਵਧੀਆ ਪਾਉਣਾ, ਵਧੀਆ ਨੱਚਣਾ, ਔਰ ਜੱਜਸ ਨਾਲੋਂ ਇਹ ਹੋਵੇ ਕਿ ਲੋਕੀ ਵਾਹ ਵਾਹ ਕਰ ਉੱਠਣ, ਕੋਈ ਨੱਚਿਆ ਐਸਾ ਜਾਵੇ। ਸੋ ਉਸ ਰੂਹ ਨਾਲ, ਉਸ ਸ਼ਿੱਦਤ ਨਾਲ ਨੱਚਦੇ ਰਹੇ ਅਤੇ ਮਾਲਕ ਦੀ ਕਿਰਪਾ ਨਾਲ ਜਿੱਤਾਂ ਵੀ ਝੋਲੀ ਪੈਂਦੀਆਂ ਰਹੀਆਂ ਜੀ। ਔਰ ਤੁਸੀਂ ਕਿਹਾ ਕਿ ਖੁਸ਼ੀ ਦਾ ਖੇੜੇ ਦਾ ਪ੍ਰਤੀਕ ਹੈ, ਜਿੱਤ ਹਾਰ ਦੀ ਕਹਾਣੀ ਨਹੀਂ। ਮੈਂ ਬਹੁਤ ਵਾਰੀ ਦੇਖਿਆ, ਕਈ ਵਾਰੀ ਭੰਗੜਾ ਕੰਪੀਟੀਸ਼ਨ ਤੇ ਗਿਆ ਹੁੰਦਾ, ਜੱਜ ਸਾਹਿਬਾਨ ਦੇ ਨਾਲ ਗੱਲਬਾਤ ਕਰੀਦੀ ਹੈ, ਉਹ ਕਹਿੰਦੇ ਯਾਰ ਮੁੰਡਾ ਭੰਗੜੇ ਦੇ ਸਟੈਪ ਤਾਂ ਬੜੇ ਵਧੀਆ ਸੀ ਪਰ ਮੂੰਹ ਤੇ ਸਮਾਈਲ ਨਹੀਂ ਸੀ, ਇਸ ਕਰਕੇ ਅਸੀਂ ਇਹਨੂੰ ਬੈਸਟ ਡਾਂਸਰ ਕੱਢਣਾ ਤਾਂ ਚਾਹੁੰਦੇ ਸੀ ਪਰ ਕੱਢ ਨਹੀਂ ਸਕਦੇ। ਕਿੰਨਾ ਕੁ ਜ਼ਰੂਰੀ ਹੈ ਜੀ ਇਹ ਨੱਚਦੇ ਵੇਲੇ ਵੀ ਚਿਹਰੇ ਤੇ ਸਮਾਈਲ ਹੋਵੇ? ਬਹੁਤ ਜੀ। ਦੇਖੋ, ਜੇ ਅੰਦਰ ਇੱਕ ਲੋਕ ਨਾਚ, ਕੋਈ ਵੀ ਲੋਕ ਨਾਚ ਹੈ ਜਿਹੜਾ, ਜਦੋਂ ਤੁਸੀਂ ਸਟੇਜੀਕਰਨ ਦੇ ਉੱਤੇ ਜਾਂ ਸਟੇਜ ਦੇ ਉੱਤੇ ਭੰਗੜਾ ਪਾ ਰਹੇ ਹੋ ਜਾਂ ਕਿਤੇ ਵੀ, ਹੁਣ ਆਪਾਂ ਇਹਦੀ ਮੈਂ ਛੋਟੀ ਜਿਹੀ ਐਗਜ਼ਾਮਪਲ ਲੈਣਾ ਕਿ ਆਪਾਂ ਨੂੰ ਕਿਸੇ ਵੇਲੇ ਸਟੇਜ ਤੋਂ ਅਲੱਗਾ ਆਪਾਂ ਨੂੰ ਖੁਸ਼ੀ ਲਈ ਕਿਸੇ ਵੇਲੇ ਨੱਚਣ ਦਾ ਸਬੱਬ ਬਣੇ, ਤੁਹਾਡੇ ਘਰ 'ਚ ਕੋਈ ਆਲੇ ਦੁਆਲੇ 'ਚ ਮਾਹੌਲ ਆ, ਤੁਸੀਂ ਨੱਚਣਾ, ਤੁਸੀਂ ਉਦੋਂ ਕਿਸੇ ਡੀਜੇ ਵਾਲੇ ਨੂੰ ਜਾਂ ਕਿਸੇ ਵੀ ਅੱਜ ਦੇ, ਜੇ ਮੈਂ ਅੱਜ ਦੀ ਗੱਲ ਕਰਾਂ, ਜਾਂ ਕਿਸੇ ਢੋਲ ਮਾਸਟਰ ਨੂੰ ਇਹ ਕਹੋਗੇ ਕੋਈ ਚੀਜ਼ ਵਜਾਓ ਵੀ, ਨੱਚਣਾ, ਤੁਸੀਂ ਝੂਮਣਾ, ਤੁਸੀਂ ਉਦੋਂ ਝੂਮਦੇ ਹੋ। ਜਿਹੜੇ ਉਹ ਤੁਸੀਂ ਮੂਵ ਕਰਦੇ ਹੋ ਤੁਸੀਂ ਬਹੁਤ ਖੁਸ਼ੀ ਨਾਲ ਕਰਦੇ ਹੋ, ਖੇੜੇ ਨਾਲ ਕਰਦੇ ਹੋ। ਪਰ ਜਦ ਅਸੀਂ ਸਟੇਜਾਂ 'ਤੇ ਗੱਲ ਕਰਨੇ ਆ, ਉਹਦੇ 'ਚ ਦੋ ਪੱਖ ਆਉਂਦੇ ਆ ਜੀ। ਇੱਕ ਤੇ ਉਹ ਟੀਮਾਂ ਦਾ ਮਾਹੌਲ ਇੱਦਾਂ ਸਿਰਜਿਆ ਜਾ ਰਿਹਾ ਇਸ ਸਮੇਂ ਦੇ ਵਿੱਚ ਕਿ ਬੱਚਿਆਂ ਨੂੰ ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ, ਉਹਨਾਂ ਨੂੰ ਇਹ ਚੀਜ਼ ਦੱਸਣ ਦੀ ਬਹੁਤ ਵੱਡੀ ਲੋੜ ਆ ਕਿ ਭੰਗੜਾ ਜੋੜਦਾ ਕਿਵੇਂ ਆ, ਅਸੀਂ ਆਪਸੀ ਭਾਈਚਾਰਾ ਕਿਵੇਂ ਵਧਾ ਸਕਦੇ ਹਾਂ ਇਸ ਚੀਜ਼ ਦੇ ਨਾਲ। ਜਦੋਂ ਉਹ ਚੀਜ਼ਾਂ ਦੀ ਭਾਵਨਾ ਸਾਡੇ ਅੰਦਰ ਪੈਦਾ ਹੋਊਗੀ, ਫਿਰ ਉਹ ਵੈਰ ਵਿਰੋਧ, ਜਾਂ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਸਟੇਜ 'ਤੇ ਬੰਦਾ ਭੰਗੜਾ ਪਾਉਂਦਾ, ਨੱਚ ਬਹੁਤ ਵਧੀਆ ਰਿਹਾ ਹੁੰਦਾ, ਕਈ ਵਾਰੀ ਜੱਜਸ ਦੇ ਸਾਹਮਣੇ ਆਣ ਕੇ ਇਹੋ ਜਿਹਾ ਸਟੈਪ ਕਰ ਜਾਂਦਾ ਕਿ ਉਹ ਜੱਜਸ ਨਾ ਚਾਹੁੰਦੇ ਹੋਏ ਵੀ ਉਹਨੂੰ ਬੈਸਟ ਆਨਸਰ ਨਹੀਂ ਕੱਢ ਸਕਦੇ, ਚਾਹੁੰਦੇ ਹੋਏ ਵੀ ਸੌਰੀ। ਕਾਰਨ ਕੀ ਹੁੰਦਾ ਕਿ ਉਹਦੇ ਐਗਰੈਸਿਵਨੈਸ, ਉਹਦੀ ਭਾਵਨਾ, ਉਹਦਾ ਜਿਹੜਾ ਆਪਣੇ ਆਪ ਨੂੰ ਸ਼ੋਅ ਆਫ ਕਰਨ ਦਾ ਤਰੀਕਾ ਜਿਹੜਾ ਹੁੰਦਾ, ਕਈ ਵਾਰੀ ਟੀਮ ਨਾਲੋਂ ਅਲੱਗਾ ਹੁੰਦਾ। ਜੇ ਉਹੀ ਟੀਮ ਦੇ ਵਿੱਚ ਰਹਿ ਕੇ ਖੁਸ਼ੀ ਨਾਲ, ਖੇੜੇ ਨਾਲ, ਝੂਮ ਕੇ ਔਰ ਸਮਾਈਲ ਨਾਲ ਸਟੈਪ ਕਰ ਰਿਹਾ ਹੋਵੇ ਤੇ ਉਹਦੇ ਇੱਕ ਰੰਗ ਭਾਗ ਹੀ ਵੱਖਰੇ ਨੇ। ਔਰ ਮੈਨੂੰ ਨਿੱਜੀ ਤੌਰ ਤੇ ਇਹ ਸਬੱਬ ਬਣਿਆ ਕਿ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ, ਮੇਰੇ ਦੰਦਾਂ ਦਾ ਪੀੜ ਉੱਚਾ ਹੁੰਦਾ ਆ ਜੀ। ਉਹ ਮੈਂ ਜਦੋਂ ਭੰਗੜਾ ਪਾਉਣਾ, ਮੈਨੂੰ ਸਕੂਲ ਟਾਈਮ ਤੇ ਕਿਹਾ ਜਾਣਾ ਕਿ ਮੇਰਾ ਹਲਕੀ ਜੀ ਸਮਾਈਲ ਦੇਣੀ, ਮੇਰੇ ਦੰਦ ਜਿਹੜੇ ਸੀਗੇ ਉਹ ਦਿਸਣ ਲੱਗ ਜਾਣੇ। ਔਰ ਇਸ ਚੀਜ਼ ਨੇ ਮੈਨੂੰ ਕਹਿ ਲਓ ਭੰਗੜੇ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਜਾਂ ਇੱਕ ਵੱਖਰੇ ਵੰਨਗੀ ਦੇ ਵਿੱਚ ਮੈਂ ਉਹ ਚੀਜ਼ ਨੂੰ ਲੈ ਕੇ ਆਇਆ। ਮਤਲਬ ਚਿਹਰੇ ਤੇ ਸਮਾਈਲ ਬਹੁਤ ਲਾਜ਼ਮੀ ਤਾਂ ਕਿ ਪਤਾ ਲੱਗੇ ਕਿ ਅੰਦਰੋਂ ਰੂਹ ਨਾਲ ਪਾਇਆ ਜਾ ਰਿਹਾ ਹੈ, ਮਜਬੂਰੀ ਵਸ ਨਹੀਂ। ਜੀ ਜੀ। ਸੋ ਹੁਣ ਇਹ ਦੱਸੋ, ਜਦੋਂ ਆਪਾਂ ਇਸ ਮੁਲਕ 'ਚ ਆ ਗਏ, ਆਪਾਂ ਨਾਲ ਪਿਛੋਕੜ ਦੀਆਂ ਗੱਲਾਂ ਬਾਤਾਂ ਵੀ ਕਰਨੀਆਂ ਨੇ, ਇੱਥੇ ਕੰਮਕਾਰ ਬਹੁਤ ਲਾਜ਼ਮੀ ਨੇ ਜੀ, ਗੁਜ਼ਾਰਾ ਚੱਲਦਾ ਹੀ ਨਹੀਂ ਜੀ। ਕਈ ਵਾਰੀ ਅਸੀਂ ਜਿਹੜਾ ਕੰਮ ਕਰਦੇ ਨੇ ਉਹ ਸਾਡੀ ਲਾਈਨ ਦਾ ਵੀ ਨਹੀਂ ਹੁੰਦਾ ਜੀ, ਜਿਹੜਾ ਮਿਲ ਗਿਆ ਉਹ ਕਰਨਾ ਪੈਂਦਾ ਕਿਉਂਕਿ ਘਰ ਪਰਿਵਾਰ, ਆਟੇ ਦਾ, ਲੂਣ ਦਾ, ਤੇਲ ਦਾ ਫਿਕਰ ਸਾਰਿਆਂ ਨੂੰ ਜੀ। ਬਿਲਕੁਲ। ਫਿਰ ਇੱਥੇ ਆ ਕੇ ਭੰਗੜਾ ਛੁੱਟਿਆ ਜਾਂ ਲਗਾਤਾਰ ਜਾਰੀ ਰੱਖਿਆ? ਨਹੀਂ ਜੀ, ਬਿਲਕੁਲ। ਸ਼ੁਰੂਆਤ ਦੇ ਵਿੱਚ ਕੁਝ ਕੁ ਮਹੀਨੇ ਰਹੇ ਇੱਦਾਂ ਦੇ। ਪੰਜਾਬ ਤੋਂ ਪਤਾ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਸਕੂਲਿੰਗ ਜਿਹੜੀ ਹੈ ਰਈਏ ਦੀ ਆ। ਉਸ ਤੋਂ ਬਾਅਦ ਮੈਂ ਖਾਲਸਾ ਸਕੂਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਵਿੱਚ, ਖਾਲਸਾ ਕਾਲਜ ਦੇ ਵਿੱਚ ਹੀ ਬੈਕ ਸਾਈਡ 'ਤੇ ਸਕੂਲ ਆ, ਉੱਥੇ ਦੀ ਸਕੂਲਿੰਗ ਹੈ ਮੇਰੀ, ਉੱਥੇ ਭੰਗੜਾ ਪਾਇਆ। ਉਸ ਤੋਂ ਬਾਅਦ ਮੈਂ ਜੋ ਆਪਣੇ ਆਪ ਦੇ ਨਾਲ ਬਹੁਤ ਵੱਡਾ ਭਾਗਾ ਸਮਝਦਾ ਕਿ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੀ ਧਰਤੀ ਨਾਲ ਮੈਂ ਜੁੜਿਆ ਰਿਹਾ। ਔਰ ਉੱਥੇ 1998 ਦੇ ਵਿੱਚ ਜਿਹੜੀ ਅਸੀਂ ਟੀਮ ਬਣਾਈ, ਉਸ ਟੀਮ ਦੇ ਵਿੱਚ ਮੈਂ ਮੋਹਰਲੀ ਕਤਾਰ 'ਚ ਜਾਂ ਮੋਹਰੀਆਂ 'ਚ ਹੋਣ ਦਾ ਮੈਨੂੰ ਵਡਭਾਗ ਮਿਲਿਆ ਕਿ ਕਿਵੇਂ ਅਸੀਂ ਉੱਥੇ ਟੀਮ ਬਣਾਈ। ਔਰ ਉਸ ਟੀਮ ਕਰਕੇ ਮੈਨੂੰ ਇੱਥੇ ਕੈਨੇਡਾ ਆਉਣ ਤੱਕ ਭੰਗੜੇ ਨਾਲ ਜੁੜੇ ਹੋਏ ਲੋਕਾਂ ਦੇ ਵਿੱਚ ਜਾਂ ਮੇਰਾ ਨਾਂ ਜਾਂ ਮੇਰੇ ਬਾਰੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਜਾਂ ਮੈਨੂੰ ਉਹਨਾਂ ਬਾਰੇ ਪਤਾ ਸੀਗਾ। ਸੋ ਫਿਰ ਇੱਥੇ ਆਣ ਕੇ ਵੀ ਜਿਹੜਾ ਉਹ ਸਬੱਬ ਬਣਿਆ। ਔਰ ਜਿਹੜੇ ਮਿੱਤਰ ਪਿਆਰੇ ਕਾਲਜ ਸਮਿਆਂ ਦੇ ਵੱਖ-ਵੱਖ ਕਾਲਜਾਂ ਦੇ, ਖੁਸ਼ੀ ਦੀ ਗੱਲ ਇੱਥੇ ਫਿਰ ਇੱਕ ਵਾਰੀ ਆਉਂਦੀ ਆ, ਚਾਹੇ ਕਿ ਉਹ ਸਾਰੇ ਭੰਗੜੇ ਨਾਲ ਜੁੜੇ ਹੋਏ ਲੋਕ ਸਾਡੇ ਖਡੂਰ ਸਾਹਿਬ ਕਾਲਜ ਨਾਲ ਸੰਬੰਧਿਤ ਨਹੀਂ ਸੀਗੇ, ਪਰ ਇੱਕ ਭੰਗੜੇ ਦਾ ਕਾਫੀ ਭਾਈਚਾਰਾ ਸੀ।
ਲਹਿਲਪੁਰ ਖਾਲਸਾ ਕਾਲਜ ਜਲੰਧਰ ਦੇ ਵੀਰੇ, ਚਾਹੇ ਉਹ DAV ਜਲੰਧਰ ਤੋਂ ਹੋਣ, ਪੰਜਾਬ ਦੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਜਿਹੜੇ ਮੁੰਡੇ ਸੀਗੇ ਉਹ ਆਪਸ ਦੇ ਵਿੱਚ ਮਿਲੀਦਾ ਸੀ, ਜਾਣ ਪਛਾਣ ਸੀ, ਸਾਂਝਾਂ ਸੀ। ਔਰ ਅੱਜ ਵੀ ਖੁਸ਼ੀ ਆ ਕਿ ਉਦੋਂ ਦੀਆਂ ਸਾਂਝਾਂ ਅੱਜ ਵੀ ਜਿਹੜੀਆਂ ਉਹ ਚੱਲ ਰਹੀਆਂ ਨੇ, ਔਰ ਮਾਲਕ ਦੀ ਕਿਰਪਾ ਨਾਲ ਆਸ ਕਰਦਾ ਕਿ ਬਾ ਉਮਰ ਚੱਲਣਗੀਆਂ। ਸੋ ਉਸ ਸਾਂਝਾਂ ਦੇ ਸਦਕੇ ਇੱਥੇ ਜਦ ਆਇਆ ਤੇ ਉਹਨਾਂ ਨੂੰ ਪਤਾ ਸੀ ਸ਼ੁਰੂਆਤ ਦੇ ਵਿੱਚ ਕੁਝ ਕੁ ਮਹੀਨੇ ਕੰਮ ਕਾਰ ਕੀਤਾ, ਕੰਮਾਂ ਤੋਂ ਬਾਅਦ ਜਦੋਂ ਫੋਨ ਨੰਬਰ ਜਿੱਦਾਂ ਮਿਲਣੇ ਸ਼ੁਰੂ ਹੋਏ ਫਿਰ ਸਬੱਬ ਬਣਦਾ ਗਿਆ, ਫਿਰ ਰਹਿਸਣਾ ਸ਼ੁਰੂ ਹੋ ਗਈ। ਜੁੜਨੀ ਜ਼ਰੂਰੀ ਹੁੰਦੀ ਹੈ, ਇੱਕ ਤਾਂ ਨੰਬਰ ਮਿਲ ਗਿਆ ਕਹਿੰਦਾ ਮੇਰੇ ਕੋਲ ਬਾਕੀਆਂ ਦੇ ਹੈਗੇ ਜੀ। ਬਿਲਕੁਲ ਇਦਾਂ ਹੀ ਜਸਵੀਰ ਸਿੰਘ ਹੀਰ, ਸੁਖਵਿੰਦਰ ਸੰਧੂ, ਰਾਜਵੀਰ ਸਿੰਘ ਸ਼ਾਹ DAV ਅੰਮ੍ਰਿਤਸਰ ਨੱਚਦੇ ਹੁੰਦੇ ਸੀ ਅੱਡ-ਅੱਡ ਕਾਲਜਾਂ ਤੋਂ। ਸੋ ਗੁਰਪ੍ਰੀਤ ਗੋਪੀ ਵੀਰਾ, ਗੁਰਮੁਖ ਸਿੰਘ ਡੱਲੇਵਾਲੀ, ਇਹ ਸਾਰੇ ਵੀਰ ਸਾਰੇ ਸਬੱਬ ਨਾਲ ਇਕੱਠੇ ਹੁੰਦੇ ਗਏ ਤੇ ਕਾਫਲਾ ਬਣਦਾ ਗਿਆ ਜੀ। ਸੋ ਇਹਦਾ ਮਤਲਬ ਕੁਝ ਸਮਾਂ ਲੱਗਿਆ ਪਰ ਉਦੋਂ ਮਨ ਉਚਾਟਦਾ ਰਹਿੰਦਾ ਉਹ, ਕਿਉਂਕਿ ਅੰਦਰ ਤਾਂ ਕਲਾਕਾਰ ਬੈਠਾ। ਭਾਜੀ ਬਹੁਤ ਇਹ ਮਹਿਸੂਸ ਹੁੰਦਾ ਸੀ ਵੀ ਕਿੱਥੇ ਕਈ ਵਾਰੀ ਇੱਕ ਤੇ ਦੇਖੋ ਇੱਕ ਧਰਤੀ ਨਵੀਂ, ਜਦ ਕਿ ਜੇ ਕਿ ਮੇਰੇ ਲਈ ਇਹ ਵੀ ਖੁਸ਼ੀ ਦੇ ਭਾਗਾਂ ਵਾਲੀ ਗੱਲ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਮੈਂ ਲਗਭਗ ਕਾਫੀ ਕੰਟਰੀਆਂ 'ਚ ਟਰੈਵਲ ਕਰ ਚੁੱਕਿਆ ਸੀ। ਇੱਕ ਬਾਹਰਲੀ ਦੁਨੀਆ ਦਾ ਇੱਕ ਮਾਹੌਲ ਪ੍ਰਭਾਵ ਮਨ 'ਤੇ ਸੀਗਾ ਕਿ ਇੱਥੇ ਆਣ ਕੇ ਕੰਮ ਕਰਨਾ, ਜ਼ਿੰਦਗੀ ਕਿਹੋ ਜਿਹੀ ਹੋਣੀ ਆ। ਪਰ ਜਦ ਮੈਂ ਇੱਥੇ ਆਇਆ ਪਰਿਵਾਰ ਦੇ ਵਿੱਚ ਮਾਹੌਲ ਸੀ, ਮੇਰੀ ਵਾਈਫ ਸੀਗੀ ਮੇਰੇ ਨਾਲ, ਮੇਰੇ ਇਨਲਾਸ ਦੇ ਤਰਫੋਂ ਮੇਰਾ ਬਹੁਤ ਹੀ ਪਿਆਰਾ ਵੀਰ ਮਨਦੀਪ ਢਾਲੀਵਾਲ ਬਹੁਤ ਸਪੋਰਟ ਕਰਦੇ ਸੀ ਸਾਰੇ ਸਾਨੂੰ। ਪਰ ਜਦ ਤੱਕ ਮੈਨੂੰ ਭੰਗੜੇ ਵਾਲਾ ਨਹੀਂ ਸੀ ਕੋਈ ਮਿਲਦਾ, ਮੈਂ ਟੋਰਾਂਟੋ ਬੈਠੇ ਵਾਲਿਆਂ ਨਾਲ ਗੱਲਾਂ ਕਰੀ ਜਾਣਾ, ਮੈਨੂੰ ਸਰੀ ਦਾ ਨੰਬਰ ਦਿਓ, ਮੈਂ ਭੰਗੜੇ ਵਾਲੇ ਕਿਸੇ ਨੂੰ ਮਿਲਾਂ ਤੇ ਸਹੀ ਹੈ ਨਾ। ਤੇ ਹੌਲੀ ਹੌਲੀ ਜਦੋਂ ਉਹਨਾਂ ਕੋਲੇ ਦੂਜੇ ਵੀਰਾਂ ਕੋਲੇ ਜਿਹੜੇ ਪਹਿਲਾਂ ਤੋਂ ਆਏ ਹੋਏ ਸੀ ਉਹਨਾਂ ਕੋਲੇ ਮੇਰਾ ਨੰਬਰ ਜਾਣਾ ਸ਼ੁਰੂ ਹੋ ਗਿਆ ਤੇ ਫਿਰ ਅੱਗੇ ਤੋਂ ਅੱਗੇ ਕੜੀਆਂ ਜੁੜਦੀਆਂ ਗਈਆਂ ਜੀ। ਔਰ ਫਿਰ ਚੱਲ ਮਤਲਬ ਮੈਨੂੰ ਲੱਗਦਾ ਨਹੀਂ ਨਾਰਥ ਅਮਰੀਕਾ ਦੀਆਂ ਕੁਝ ਇਹੋ ਜਿਹੀਆਂ ਸਟੇਜਾਂ ਹੋਣਗੀਆਂ ਜਿੱਥੇ ਨਹੀਂ ਕੋਈ ਸਮਾਂ ਬਣਿਆ ਜੀ ਜਾਣ ਦਾ, ਚਾਹੇ ਉਹ ਕੈਲੀਫੋਰਨੀਆ ਸੀ, ਚਾਹੇ ਉਹ ਕੈਲਗਰੀ ਹੋਵੇ। ਸੋ ਇਹ ਸਾਂਝਾਂ ਬਣਦੀਆਂ ਗਈਆਂ, ਕਾਫਲਾ ਬਣਦਾ ਗਿਆ ਜੀ। ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਮਿੱਤਰ ਬੇਲੀ ਮਿਲਣੇ ਸ਼ੁਰੂ ਹੋ ਗਏ, ਫਿਰ ਇਹ ਸੋਚਿਆ ਕਿ ਟੀਮ ਦੇ ਵਿੱਚ ਭੰਗੜਾ ਪਾਈਏ ਜਾਂ ਫਿਰ ਆਪਣਾ ਕੋਈ ਕਲੱਬ ਬਣਾਈਏ, ਕੀ ਸੋਚਾਂ ਸੋਚੀਆਂ ਜੀ? ਜਦ ਮੈਂ ਆਇਆ ਜੀ ਇੱਥੇ ਉਸ ਵੇਲੇ ਆਲਰੇਡੀ ਕੁਝ ਸੰਸਥਾਵਾਂ ਜਿਹੜੀਆਂ ਸੀਗੀਆਂ ਉਹ ਕੰਮ ਕਰ ਰਹੀਆਂ ਸੀ, ਬਹੁਤ ਸਾਰੀਆਂ ਸੰਸਥਾਵਾਂ, ਜਿਵੇਂ ਕਹਿ ਲਓ ਉੱਤਰੀ ਅਮਰੀਕਾ ਦੇ ਵਿੱਚ ਅੱਡ-ਅੱਡ ਇਲਾਕਿਆਂ, ਜਿਵੇਂ ਵੈਨਕੂਵਰ ਦੇ ਇਲਾਕੇ 'ਚ ਜੇ ਮੈਂ ਜ਼ਿਕਰ ਗੱਲ ਕਰਾਂ ਤੇ ਉਹਨਾਂ ਦੇ ਵਿੱਚ ਜਿਵੇਂ ਮੈਂ ਵੀ ਇੱਕ ਮੋਹਰਲੀ ਕਤਾਰ ਦੇ ਵਿੱਚ ਸੰਸਥਾ ਦੇ ਵਿੱਚ ਮੈਨੂੰ ਜੁੜਨ ਦਾ ਸੁਭਾਗ ਮਿਲਿਆ। ਸੋ ਉੱਥੇ ਉਸ ਸੰਸਥਾ ਦੇ ਵਿੱਚ ਜੁੜ ਕੇ ਅਸੀਂ ਬਹੁਤ ਸਾਰੇ ਜਿੰਨੇ ਵੀ ਪੁਰਾਣੇ ਵੀਰ ਸੀਗੇ, ਖਾਸ ਤੌਰ 'ਤੇ ਉਸ ਸੰਸਥਾ ਦੇ ਵਿੱਚ ਪੁਰਾਤਨ ਜਿਹੜੇ ਸਾਡੇ ਪੁਰਾਣੇ ਜਿਹੜੇ ਜਿਵੇਂ ਮੈਂ ਕਹਿੰਦਾ ਜਿਹਨਾਂ ਨੂੰ ਉਸਤਾਦ ਲੋਕ ਕਹਿ ਸਕਦੇ ਨੇ, ਜਿਹੜੇ ਸਾਡੇ ਸੀਨੀਅਰ ਸੀਗੇ ਉਹ ਜੁੜੇ ਰਹੇ। ਉੱਥੇ ਉਹਨਾਂ ਨਾਲ ਜੁੜਿਆ ਹੋਣ ਕਰਕੇ ਹੀ ਮੈਨੂੰ ਅੱਗੇ ਤੋਂ ਅੱਗੇ ਜਿਵੇਂ ਡਰਮਰਸ ਜਿਹੜੇ ਇੱਥੋਂ ਦੇ ਖਾਸ ਤੌਰ ਦੇ ਉੱਤੇ ਜੰਪਲ, ਜਿਵੇਂ ਸਾਡੇ ਜਿਨ੍ਹਾਂ ਦੇ ਵਿੱਚ ਸਾਡਾ ਬਹੁਤ ਹੀ ਪਿਆਰਾ ਵੀਰ ਰੇਮਨ ਪੋਲਰ, ਰਮਿੰਦਰ ਪੋਲਰ ਹੋਣੀ, ਔਰ ਕਰਮਜੀਤ ਜੌਲ ਭਾਜੀ, ਉਹਨਾਂ ਦਾ ਬੇਟਾ ਰਾਜੂ ਜੌਲ, ਇਹ ਸਾਰੇ ਇਹਨਾਂ ਨਾਲ ਜਿਵੇਂ ਕਿ ਇਹਨਾਂ ਦੇ ਢੋਲ ਦੇ ਉੱਤੇ ਭੰਗੜਾ ਪਾਉਣ ਦਾ ਮੌਕਾ ਮਿਲਿਆ। ਔਰ ਇੱਕ ਇਹ ਵੀ ਤਜਰਬਾ ਰਿਹਾ ਇਹਨਾਂ ਦੇ ਨਾਲ ਕੰਮ ਕਰਕੇ ਕਿ ਕਿਵੇਂ ਪੰਜਾਬ ਦੇ ਉਸਤਾਦਾਂ ਨਾਲ ਜਾਂ ਜੋ ਅਸੀਂ ਉੱਥੋਂ ਜੋ ਪ੍ਰਭਾਵ ਕਬੂਲਿਆ ਕਿ ਪੰਜਾਬ ਦਾ ਇੱਕ ਨਾਚ ਉਹੀ ਨੇ, ਪਰ ਜਿਵੇਂ ਇੱਕ ਕਹਿਣਾ ਹੋਵੇ ਪੰਜਾਬ ਦੇ ਵਿੱਚ ਕਿਵੇਂ ਦੀ ਵਜਾਈ ਸੀ ਸਾਜ਼ ਦੇ ਬਾਰੇ ਜਾਂ ਨੱਚਿਆ ਕਿਹੋ ਜਿਹਾ ਜਾਂਦਾ ਸੀ ਤੇ ਇੱਥੇ ਆਣ ਕੇ ਦਾ ਕਿਵੇਂ ਦਾ ਪ੍ਰਭਾਵ ਸੀ, ਇਹਦਾ ਵੀ ਇੱਕ ਤਜਰਬਾ। ਫਰਕ ਮਹਿਸੂਸ ਹੋਇਆ ਜੀ? ਫਰਕ ਦੇ ਵਿੱਚ ਜਿਵੇਂ ਮੈਂ ਇਹ ਗੱਲ ਕਹਿ ਸਕਦਾ ਕਿ ਜਿਵੇਂ ਕੋਸ਼ਿਸ਼ਾਂ ਬਹੁਤ ਇੱਥੇ ਯਤਨ ਕੀਤੇ ਜਾ ਰਹੇ ਨੇ, ਪਰ ਜਿਵੇਂ ਜਿਵੇਂ ਫਰਕ ਸਭ ਤੋਂ ਜੇ ਮੈਂ ਮੁੱਢਲੇ ਤੌਰ ਦੇ ਉੱਤੇ ਗੱਲ ਕਹਾਂ ਕਿ ਉੱਥੇ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਜ਼ਿਆਦਾਤਰ ਜਿਹੜਾ ਸੀਗਾ ਪ੍ਰਭਾਵ ਇਹ ਕਬੂਲਿਆ ਜਾਂਦਾ ਸੀਗਾ ਕਿ ਅਸੀਂ ਜਿੱਤਣਾ ਕਿਵੇਂ ਆ, ਜਾਂ ਲੋਕ ਨਾਚ ਦੀ ਵੰਨਗੀ ਦੇ ਜਿਹੜੇ ਵੱਖ-ਵੱਖ ਰੂਪ ਸੀਗੇ, ਸੈਗਮੈਂਟ ਸੀਗੇ, ਉਹਨਾਂ ਨੂੰ ਆਪਣੇ ਤਰੀਕੇ ਨਾਲ ਲਿਆਂਦਾ ਜਾਂਦਾ। ਇੱਥੇ ਕੰਮਾਂ ਕਾਰਾਂ ਦਾ ਜ਼ਿਆਦਾ ਪ੍ਰਭਾਵ ਜਿਹੜਾ ਸਾਡੇ ਉੱਤੇ ਰਹਿੰਦਾ ਤੇ ਸਾਨੂੰ ਪ੍ਰੈਕਟਿਸਾਂ ਦਾ ਮੌਕਾ ਘੱਟ ਮਿਲਦਾ। ਪਰ ਖੁਸ਼ੀ ਜਦੋਂ ਪ੍ਰੈਕਟਿਸ ਤੋਂ ਜਾਂ ਕੰਮਾਂ ਤੋਂ ਹਟ ਕੇ ਜਦੋਂ ਆਉਂਦੇ ਆ, ਭੰਗੜਾ ਉਹੀ ਆ, ਪਰ ਜਿਹੜਾ ਉਹ ਖੇੜਾ ਆ ਉਹਦਾ ਇੱਕ ਆਨੰਦ ਵੱਖਰਾ ਆ। ਉਹ ਉੱਥੇ ਬੇਫਿਕਰੀ ਹੁੰਦੀ ਸੀ, ਇੱਥੇ ਆਣ ਕੇ ਕੰਮਾਂ ਕਾਰਾਂ ਤੋਂ ਨਾਲ ਵੀ ਜਿਹੜਾ ਇਹ ਚੀਜ਼ਾਂ ਕਰਨੀਆਂ ਇਹ ਸਿਖਾਲੀਆਂ ਨਹੀਂ, ਕਿਉਂਕਿ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਕਿ ਸਮਾਂ 24 ਘੰਟੇ ਦਾ ਸਭਨਾਂ ਦੇ ਕੋਲ, ਸਾਰਿਆਂ ਕੋਲ ਨਹੀਂ ਹੈ। ਉਹਦੇ ਵਿੱਚ ਹੀ ਤੁਸੀਂ ਕਾਰੋਬਾਰ ਕਰਨੇ, ਉਹਦੇ ਵਿੱਚ ਹੀ ਆਪਣਾ ਘਰ ਪਰਿਵਾਰ ਦੇਖਣਾ ਆ, ਔਰ ਇਹਦੇ ਵਿੱਚ ਹੀ ਤੁਸੀਂ ਆਪਣੇ ਜੋ ਸ਼ੌਂਕ ਨੇ ਜਾਂ ਜੋ ਤੁਹਾਡੇ ਜਨੂੰਨ ਹੈ ਉਹ ਤੁਸੀਂ ਪੂਰਾ ਕਰਨਾ। ਔਰ ਇਸ ਸਮੇਂ ਦੌਰਾਨ ਮੇਰੇ ਲਈ ਵਧੀਆ ਗੱਲ ਇਹ ਰਹੀ ਕਿ ਇਹਨਾਂ ਸੰਸਥਾਵਾਂ ਦੇ ਵਿੱਚ ਭੰਗੜੇ ਦਾ ਵਪਾਰੀਕਰਨ ਜਾਂ ਮੈਂ ਕਹਿ ਸਕਦਾ ਜਾਂ ਪਦਾਰਥਕਵਾਦ ਦਾ ਜਿਹੜਾ ਦੌਰ ਸੀਗਾ ਉਹ ਜ਼ਿਆਦਾ ਅਸਰ ਜਿਹੜਾ ਸੀਗਾ ਉਸ ਤਰੀਕੇ ਨਾਲ ਪੰਜਾਬ 'ਚ ਹੈ ਨਹੀਂ ਸੀਗਾ ਸ਼ਾਇਦ, ਜਿਹੜਾ ਕਿਸੇ ਨਾ ਕਿਸੇ ਪੱਖ ਤੋਂ ਕੁਛ ਚੀਜ਼ਾਂ ਦੇ ਵਿੱਚ ਇੱਥੇ ਜਿਹੜਾ ਮਤਲਬ ਨਿੱਜੀ ਤੌਰ ਦੇ ਉੱਤੇ ਜਦੋਂ ਮੈਂ ਦੇਖਦਾ ਸੀਗਾ ਮਹਿਸੂਸ ਹੋਇਆ ਕੁਛ ਚੀਜ਼ਾਂ ਦੇ ਵਿੱਚ। ਪਰ ਹੁਣ ਉਹਦੇ ਵਿੱਚ ਤਬਦੀਲੀ ਜਿਹੜੀ ਆ ਕਾਫੀ ਹੱਦ ਤੱਕ ਆ ਰਹੀ ਹੈ ਸਮੇਂ ਦੇ ਨਾਲ ਨਾਲ। ਜਿਵੇਂ ਕਹਿਣਾ ਹੋਵੇ ਜਿਵੇਂ ਜਿਵੇਂ ਸਾਡੀ ਆਬਾਦੀ ਵੱਧ ਰਹੀ ਹੈ, ਜਿਵੇਂ ਜਿਵੇਂ ਸਾਡੇ ਭਾਈਚਾਰਾ ਜਿਹੜਾ ਆ ਵੱਧ ਰਿਹਾ, ਔਰ ਸੰਸਥਾਵਾਂ ਸਾਰੇ ਹੀ ਸਤਿਕਾਰਯੋਗ ਨੇ, ਸਾਰੇ ਆਪਣੇ ਆਪਣੇ ਤਰੀਕੇ ਨਾਲ ਵਧੀਆ ਕਾਰਜ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਜੀ। ਅੱਛਾ, ਇੱਕ ਹੋਰ ਦੱਸੋ, ਜਿਸ ਤਰ੍ਹਾਂ ਤੁਸੀਂ ਉੱਥੋਂ ਵੀ ਭੰਗੜੇ ਦਾ ਸ਼ੌਕ ਰੱਖਦੇ ਸੀ, ਇੱਥੇ ਬੇਲੀ ਲੱਭ ਲਿਆ, ਤੁਸੀਂ ਸੰਸਥਾ ਨਾਲ ਵੀ ਜੁੜ ਗਏ ਜੀ, ਫਿਰ ਕਈ ਚੀਜ਼ਾਂ ਹੁੰਦੀਆਂ ਨੇ ਕਿ ਨਹੀਂ ਯਾਰ ਆਪਾਂ ਨੂੰ ਆਹ ਵੀ ਕਰ ਲੈਣਾ ਚਾਹੀਦਾ, ਆਹ ਹੋਣਾ ਨਹੀਂ ਚਾਹੀਦਾ, ਆਹ ਹੋਣਾ ਚਾਹੀਦਾ,
ਫਿਰ ਬੰਦਾ ਸੋਚਦਾ ਵੀ ਆਪਣੇ ਹਿਸਾਬ ਕਿਤਾਬ ਦੀ ਮੈਂ ਕੋਈ ਸੰਸਥਾ ਖੜੀ ਕੀਤੀ ਜੀ ਫਿਰ? ਬਿਲਕੁਲ ਜੀ, ਇਸ ਬਾਰੇ ਹੀ ਲਗਭਗ ਜਿਵੇਂ ਖੁਸ਼ੀ ਤੇ ਮਾਣ ਇਸ ਗੱਲ ਦਾ ਕਿ ਜੋ ਤਜਰਬੇ ਪਿੱਛੋਂ ਤੋਂ ਲੈ ਕੇ ਹੁਣ ਤੱਕ ਕਰ ਰਹੇ ਆ। ਪਹਿਲੀ ਦੀ ਗੱਲ ਹੈ, ਸਿੱਖ ਪਰਿਵਾਰਾਂ 'ਚ ਪੈਦਾ ਹੋਇਆ, ਜਿੱਥੇ ਹਮੇਸ਼ਾ ਹੀ ਇਹ ਗੱਲ ਕਹੀ ਜਾਂਦੀ ਹੈ ਪਰ ਘਰਾਂ ਪਰਿਵਾਰਾਂ ਦੇ ਵਿੱਚ ਕਿ ਅਸੀਂ ਸਾਰੀ ਉਮਰ ਇਨਸਾਨ ਸਿੱਖਦਾ ਆ, ਅਸੀਂ ਸਿੱਖਣ ਦੀ ਪੈਦਾ ਹੋਏ ਔਰ ਅੱਜ ਵੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ। ਇਹ ਨਹੀਂ ਮਹਿਸੂਸ ਹੁੰਦਾ ਕਿ ਆਹ ਚੀਜ਼ ਸਿੱਖ ਲਈ। ਮੈਂ ਅੱਜ ਵੀ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੀ 11 ਵਰ੍ਹਿਆਂ ਦੀ ਧੀ ਆ, ਮੇਰੀ ਬਿਪਨਜੋਤ ਕੌਰ ਮਾਨ, ਕਈ ਵਾਰੀ ਮੈਨੂੰ ਇਹੋ ਜਿਹਾ ਸੁਨੇਹਾ ਜਾਂ ਕਈ ਵਾਰੀ ਇਹੋ ਜਿਹਾ ਸੁਝਾਅ ਦੇ ਦਿੰਦੀ ਹੈ, ਡੈਡ ਆਹ ਚੀਜ਼ ਇੱਦਾਂ ਵਧੀਆ ਹੋ ਸਕਦੀ ਆ, ਔਰ ਮੈਂ ਉਸ ਚੀਜ਼ ਨੂੰ ਹਮੇਸ਼ਾ ਪੋਜ਼ਿਟਿਵ ਲੈਂਦੇ ਆ। ਔਰ ਇਹੀ ਜਜ਼ਬਾ ਮੈਂ ਹੋਰ ਮਾਪਿਆਂ 'ਚ ਵੀ ਦੇਖਦਾ ਔਰ ਬੱਚਿਆਂ ਦੀ ਵੀ, ਅਸੀਂ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੀਦੀ ਆ। ਉਹਨਾਂ ਸਾਰੇ ਜੋ ਹੁਣ ਤੱਕ ਇਕੱਲਾ ਮੈਂ ਨਹੀਂ, ਮੇਰੇ ਨਾਲ ਜਾਂ ਸਾਡੀ ਸੋਚ ਦਾ ਇੱਕ ਵਰਗ ਸੀਗਾ ਜਿਹੜਾ ਅਸੀਂ ਇਕੱਠਿਆਂ ਨੇ ਫਿਰ ਇਸ ਚੀਜ਼ ਦੇ ਵਿੱਚ ਸਹਿਮਤੀ ਪ੍ਰਗਟਾਈ ਕਿ ਸਾਨੂੰ ਲੋੜ ਆ ਕਿ ਅਸੀਂ ਕਿਉਂ ਨਾ ਕਿਉਂ ਆਪਣੇ ਇੱਕ ਸ਼ੌਂਕ ਨੂੰ ਇੱਕ ਸੰਸਥਾ ਦੇ ਰੂਪ ਵਿੱਚ ਲੈ ਕੇ ਆਈਏ, ਜਿਹੜਾ ਜਿੱਥੇ ਅਸੀਂ ਆਪਣੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਪਣੇ ਤਜਰਬਿਆਂ ਨੂੰ ਆਪਣੇ ਤਰੀਕੇ ਦੇ ਨਾਲ, ਜੋ ਤੁਹਾਡਾ ਦੇਖਣ ਦਾ ਨਜ਼ਰੀਆ ਹੈ ਲੋਕ ਨਾਚਾਂ ਨੂੰ ਜੀ, ਔਰ ਇੱਥੇ ਉੱਤਰੀ ਅਮਰੀਕਾ ਦੇ ਵਿੱਚ ਬੱਚਿਆਂ ਨੂੰ ਉਹਦੇ ਨਾਲ ਜੋੜਨ ਦੇ ਲਈ ਅਸੀਂ ਉਹਨੂੰ ਆਪਣੇ ਤਰੀਕੇ ਨਾਲ ਅੱਗੇ ਲੈ ਕੇ ਫਿਰ ਸਾਡੀ ਸੰਸਥਾ ਜਿਹੜੀ ਆ ਫੋਕ ਸਟਾਰ ਆਰਟਸ ਅਕੈਡਮੀ ਜਨਵਰੀ 2020 ਦੇ ਵਿੱਚ ਉਸ ਸੋਚ ਦੇ ਵਰਗ ਵੱਲੋਂ ਸ਼ੁਰੂ ਕੀਤੀ ਗਈ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਵੀ ਪੰਜਾਬ ਦੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਲੋਕ ਨਾਚਾਂ ਨਾਲ ਜੁੜੇ ਹੋਏ ਕਲਾਕਾਰ ਜਾਂ ਕਹਿ ਲਓ ਜਾਂ ਆਮ ਸਾਡੇ ਵਰਗੇ ਸਧਾਰਨ ਲੋਕ ਸੀਗੇ, ਉਹ ਸਾਰੇ ਇਸ ਮੰਚ ਤੇ ਇਕੱਠੇ ਹੋਏ, ਜਿਨ੍ਹਾਂ ਦੇ ਵਿੱਚ ਮੋਹਰੀ ਨੇ ਸਾਡੇ ਅਕੈਡਮੀ ਦੀ ਸੰਸਥਾ ਦੇ ਜਿਨ੍ਹਾਂ ਨੂੰ ਮੁਖੀ ਚੁਣਿਆ ਗਿਆ ਜਸਵੀਰ ਸਿੰਘ ਹੀਰ, ਮਾਲਪੁਰ ਖਾਲਸਾ ਕਾਲਜ ਦੇ ਵਿੱਚ ਜਿਨ੍ਹਾਂ ਭੰਗੜਾ ਪਾਇਆ, ਇਹਦੇ ਨਾਲ ਰਾਜਵੀਰ ਸਿੰਘ ਸ਼ਾਹ, ਔਰ ਮੈਂ ਖੁਦ ਕਮਲਦੀਪ ਸਿੰਘ ਮਾਨ, ਮੈਂ ਖਡੂਰ ਸਾਹਿਬ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਸਕੂਲ ਔਰ ਕਾਲਜ ਦੇ ਵਿੱਚ ਜੁੜਿਆ ਰਿਹਾ, ਇਹਦੇ ਨਾਲ ਸੁਖਵਿੰਦਰ ਸਿੰਘ ਸੰਧੂ ਵੀਰਾ। ਔਰ ਅਗਲੀ ਪੀੜ੍ਹੀ ਦੇ ਵਿੱਚ ਜਿਵੇਂ ਅੱਜ ਕੱਲ੍ਹ ਤੁਸੀਂ ਦੇਖਿਆ ਕਿ ਉੱਤਰੀ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰਾ, ਸਾਡੇ ਭੈਣ ਭਰਾ ਬਹੁਤ ਪੜ੍ਹਨ ਆ ਰਹੇ, ਉਹਨਾਂ ਦੇ ਵਿੱਚੋਂ ਸਾਡੀ ਬਹੁਤ ਹੀ ਹੋਣਹਾਰ ਸਾਡੀ ਛੋਟੀ ਭੈਣ ਗੁਰਲੀਨ ਬਰਾੜ, ਉਹ ਸਾਡੀ ਟੀਮ ਦਾ ਹਿੱਸਾ ਨੇ। ਔਰ ਜਦੋਂ ਮੈਂ ਉਹਨਾਂ ਨੂੰ ਬੱਚਿਆਂ ਨੂੰ ਸੁਹਾਗ, ਘੋੜੀਆਂ ਤੇ ਸਿੱਠਣੀਆਂ ਸਿਖਾਉਂਦੇ ਸੁਣਦਾ ਤੇ ਮਨ ਦੇ ਵਿੱਚ ਕਈ ਵਾਰੀ ਬੈਨੀਪਾਲ ਸਾਹਿਬ ਯਕੀਨ ਕਰਿਓ ਪਾਸੇ ਖੜਿਆਂ ਦੇ ਮਨ ਵਿਰਾਗ 'ਚ ਆ ਜਾਂਦਾ ਤੇ ਅੱਖਾਂ 'ਚ ਹੰਝੂ ਵੀ ਆ ਜਾਂਦੇ। ਕਈ ਵਾਰੀ ਇਹੀ ਰੰਗ ਭਾਗ ਦੇਖਣਾ ਚਾਹੁੰਦੇ ਸੀਗੇ ਕਿ ਜੋ ਸਾਡੀਆਂ ਪੁਰਾਤਨ ਰਹੁ ਰੀਤਾਂ ਨੇ, ਜੋ ਸਾਡਾ ਵਿਰਸਾ ਵਿਰਾਸਤ ਆ, ਜੋ ਸਾਡਾ ਇਤਿਹਾਸ ਆ, ਜੋ ਸਾਡੀਆਂ ਸਿਰਾਂ ਤੇ ਸਹੁੰਦੀਆਂ ਦਸਤਾਰਾਂ ਨੇ, ਜੋ ਇਹਦਾ ਇਤਿਹਾਸ ਅਸੀਂ ਪੁਰਖਿਆਂ ਤੋਂ ਲੈ ਕੇ ਆਏ ਹਾਂ, ਅਸੀਂ ਅਗਲੀ ਪੀੜ੍ਹੀ ਨੂੰ ਦੇ ਸਕੀਏ। ਉਹ ਇੱਕ ਕੜੀ ਦੇ ਰੂਪ ਦੇ ਵਿੱਚ ਅਸੀਂ ਉਹ ਸੰਸਥਾ ਜਿਹੜੀ ਹੋਂਦ 'ਚ ਆਈ, ਜਿਹਦੇ ਵਿੱਚ ਸਭਨਾਂ ਲਈ ਇੱਕ ਨਾਨ ਪ੍ਰੋਫਿਟ ਸੰਸਥਾ ਅਸੀਂ ਬਣਾਈ, ਜਿਹਦੇ ਵਿੱਚ ਸਭਨਾਂ ਦੇ ਲਈ ਖੁੱਲ੍ਹਾ ਸੱਦਾ ਆ, ਉਹ ਇਸ ਇਕਾਈ ਨਾਲ, ਇੱਕ ਸੰਸਥਾ ਨਾਲ ਜੁੜ ਸਕਦੇ ਆ। ਔਰ ਸਾਰੇ ਹੀ ਆਪੋ ਆਪਣੇ ਕਿੱਤਿਆਂ ਦੇ ਵਿੱਚ, ਆਪੋ ਆਪਣੇ ਕਾਰੋਬਾਰਾਂ 'ਚ, ਕੰਮਾਂ ਕਾਰਾਂ 'ਚ ਲੱਗੇ ਹੋਏ ਆ। ਸਮਾਂ ਕੱਢ ਕੇ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 24 ਘੰਟੇ ਨੂੰ ਸਮਾਂ ਕੱਢ ਕੇ ਇਹਦੇ ਲਈ ਕੱਢਦੇ ਆ। ਔਰ ਮੈਂ ਨਿੱਜੀ ਤੌਰ 'ਤੇ ਖੁਦ ਇੱਕ ਲੌਂਗ ਹਾਲ ਟਰੱਕਰ ਹਾਂ ਜੀ। ਮੈਂ ਟਰੱਕ ਚਲਾਉਣ ਦੇ ਨਾਲ ਨਾਲ ਮੈਨੂੰ ਸ਼ੌਂਕ ਆ, ਔਰ ਮੈਂ ਆਪਣੇ ਰੂਪ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਹੈ ਸੰਸਥਾ ਦੇ ਵਿੱਚ ਆਪਣੇ ਪਾਉਣ ਦੇ ਯਤਨਾਂ ਦੇ ਵਿੱਚ ਹਾਂ, ਔਰ ਯਤਨਸ਼ੀਲ ਹੈ ਸਾਡੀ ਸੰਸਥਾ ਵੀ ਲਗਭਗ ਸਾਰੇ। ਮਾਨ ਸਾਹਿਬ ਇੱਕ ਹੋਰ ਦੱਸਿਓ, ਜਦੋਂ ਉਸਤਾਦਾਂ ਦੇ ਨਾਲ ਗੱਲਬਾਤ ਕਰਦੇ ਆ ਕਈ ਵਾਰੀ ਉਹ ਚਿੰਤਾ ਵੀ ਇਹਦੇ ਤੇ ਪ੍ਰਗਟਾਉਂਦੇ ਆ। ਉਹ ਕਹਿੰਦੇ ਜਦੋਂ ਅਸਲ ਦੇ ਵਿੱਚ ਜਿਹੜਾ ਭੰਗੜਾ ਹੈ, ਜੋ ਢੋਲ ਦੀ ਥਾਪ ਤੇ ਜਿਹੜਾ ਪੈਂਦਾ, ਦਰਅਸਲ ਉਹ ਭੰਗੜਾ ਹੈ ਜੀ। ਵੀ ਅੱਜ ਕੱਲ੍ਹ ਤਾਂ ਸਾਨੂੰ ਮਸ਼ੀਨੀ ਭੰਗੜਾ ਲੱਗਦਾ ਹੈ, ਕਿਉਂਕਿ ਉਹਦੇ ਵਿੱਚ ਜਦੋਂ ਢੋਲ ਵਜਾਉਂਦੇ ਸੀ, ਜੇ ਮੋਰ ਚਾਲ ਪਾ ਰਹੇ ਹਾਂ ਹੋਰ ਹੈ, ਤੇ ਜਦੋਂ ਕੋਈ ਹੋਰ ਉਹਦਾ ਸਟੈਪ ਬਦਲਣਾ ਤੇ ਉਹਦੀ ਬੀਟ ਹੋਰ ਹੈ। ਉਹ ਕਹਿੰਦੇ ਹੁਣ ਤਾਂ ਅਸੀਂ ਵੇਖਦੇ ਹਾਂ ਕਿ ਲਗਭਗ ਬਹੁਤੀ ਵਾਰੀ ਤੇ ਇੱਕੋ ਹੀ ਗੀਤ 'ਤੇ ਭੰਗੜਾ ਪਾਉਂਦੇ ਨੇ ਮੁੰਡੇ ਕੁੜੀਆਂ, ਕਈ ਵਾਰੀ ਉਹਨਾਂ ਦੇ ਟੋਟੇ ਜਿਹੇ ਬਣਾ ਲਏ ਜਾਂਦੇ ਨੇ ਗੀਤਾਂ ਦੇ। ਉਹ ਕਹਿੰਦੇ ਇਹ ਸਾਨੂੰ ਉਹ ਭੰਗੜੇ ਦਾ ਰੂਪ ਵਿਗੜਿਆ ਲੱਗਦਾ ਹੈ। ਤੁਸੀਂ ਪਰਸਨਲੀ ਕੀ ਮਹਿਸੂਸ ਕਰਦੇ ਹੋ ਜੀ? ਇਹਦੇ 'ਚ ਹੀ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਕਿ ਇੱਥੇ ਹਰ ਇੱਕ ਚੀਜ਼ ਦੇ ਜਿਵੇਂ ਦੋ ਪਹਿਲੂ ਹੁੰਦੇ ਨੇ, ਇੱਥੇ ਆਣ ਕੇ ਇੱਕ ਪਹਿਲੂ ਇਹ ਵੀ ਸੀਗਾ ਕਿ ਮਿਊਜ਼ਿਕ ਦਾ ਪ੍ਰਭਾਵ ਉੱਤਰੀ ਅਮਰੀਕਾ ਦੇ ਵਿੱਚ ਜਾਂ ਪੰਜਾਬ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਆ ਉਹ ਵੱਧ ਰਿਹਾ। ਇੱਕ ਸਮੇਂ ਨਾਲ ਤਬਦੀਲੀ ਆਉਂਦੀ, ਇੱਕ ਤਬਦੀਲੀ ਦਾ ਗੇੜ ਆ, ਜਿਵੇਂ ਉਹ ਇੱਥੋਂ ਦੇ ਹੁਣ ਦੇ ਜੰਪਲ ਬੱਚੇ ਜਿਹੜੇ ਆ ਜਾਂ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨੱਚਣਾ ਤੇ ਚਾਹੁੰਦੇ ਨੇ, ਪਰ ਉਹ ਅੱਜ ਦੇ ਮਿਊਜ਼ਿਕ ਦਾ ਪ੍ਰਭਾਵ ਲੈ ਕੇ ਨਾਲ ਨੱਚਣਾ ਚਾਹੁੰਦੇ ਨੇ। ਉਹ ਗੀਤਾਂ ਨੂੰ ਜਿਹੜੇ ਖਾਸ ਤੌਰ ਤੇ ਕਿਸੇ ਵੀ ਨਾਮਵਰ ਗਾਇਕ ਦਾ ਗੀਤ ਲੈ ਕੇ ਉਹਦੇ ਤੇ ਉਹਨਾਂ ਨੂੰ ਇੱਕ ਜਿਹੜਾ ਰੂਹ ਤੇ ਸਕੂਨ ਅਸੀਂ ਸਾਜ਼ ਚੋਂ ਲੱਭਦੇ ਸੀ, ਉਹ ਅੱਜ ਕੱਲ੍ਹ ਮਿਊਜ਼ਿਕ ਚੋਂ ਲੈਣਾ ਚਾਹੁੰਦੇ ਨੇ। ਉਹਦੇ ਲਈ ਸਾਨੂੰ ਉਹਨਾਂ ਦੇ ਨਾਲ ਵੀ ਜੁੜਨਾ ਪੈਣਾ, ਪਰ ਉਹਨੂੰ ਜੇ ਆਪਾਂ ਕਹੀਏ ਵੀ ਫੋਕ ਭੰਗੜਾ ਜਾਂ ਜੋ ਸਾਡਾ, ਜਿਵੇਂ ਆਪਾਂ ਹੁਣੇ ਜ਼ਿਕਰ ਕੀਤਾ ਕਿ ਜੋ ਪੰਜਾਬ ਦਾ ਪੁਰਾਤਨ, ਅਸੀਂ ਜੇ ਗੱਲ ਕਰੀਏ ਲੋਕ ਨਾਚ ਦੀ, ਇੱਕ ਵਧੀਆ ਕਸਰਤ ਦੇ ਰੂਪ ਦੇ ਵਿੱਚ ਉਹ ਐਕਸਰਸਾਈਜ਼ ਇੱਕ ਗਰੁੱਪ ਦੇ ਤੌਰ ਦੇ ਉੱਤੇ ਤੇ ਉਹ ਵਧੀਆ ਇੱਕ ਕੋਸ਼ਿਸ਼ ਹੋ ਸਕਦੀ ਆ। ਪਰ ਜੇ ਆਪਾਂ ਕਹੀਏ ਕਿ ਲੋਕ ਨਾਚ ਦੇ ਰੂਪ ਦੇ ਵਿੱਚ, ਲੋਕ ਨਾਚ ਜਿਹੜਾ ਲੋਕਾਂ ਦਾ ਨੱਚਿਆ ਜਾਣ ਵਾਲਾ, ਉਹਦੀ ਇੱਕ ਜਿਹੜੀ ਖਾਸ ਤੌਰ ਤੇ ਪੰਜਾਬ ਦੇ ਖਿੱਤੇ ਨਾਲ ਸੰਬੰਧਿਤ ਲੋਕ ਨਾਚ ਆ, ਉਹਦੇ ਨਾਲ ਉਹ ਵੱਖਰੀ ਚੀਜ਼ ਆ।
ਇਸੇ ਤਰੀਕੇ ਦੇ ਨਾਲ ਜਿਹੜੀ ਜਦੋਂ ਮੇਰੀ ਪਿੱਛੇ ਜਿਹੀ ਗੱਲ ਹੋਈ ਪੰਜਾਬ ਦੇ ਬਾਬਾ ਬੋੜ ਜਿਵੇਂ ਕਹਿਣਾ ਹੋਵੇ ਉਸਤਾਦ ਲੋਕ ਜਨਕ ਰਾਜ ਉਸਤਾਦ ਜੀ ਲੁਧਿਆਣੇ ਤੋਂ, ਜਿਨ੍ਹਾਂ ਨੇ ਲਗਭਗ 55 ਵਰ੍ਹੇ ਹੋ ਗਏ ਜਿਨ੍ਹਾਂ ਨੂੰ ਢੋਲ ਵਜਾਉਂਦੇ ਆ, ਔਰ ਅਸੀਂ ਇੱਕ ਪ੍ਰੋਗਰਾਮ 'ਚ ਮੇਰੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਅੱਜ ਕੱਲ੍ਹ ਦਾ ਤੇ ਬਹੁਤ ਫਰਕ ਪੈ ਗਿਆ, ਨਵੀਆਂ ਚੀਜ਼ਾਂ ਜਿਵੇਂ ਕਹਿੰਦੇ ਨਵੀਂ ਰੁੱਤ ਨਵੀਂ ਬਹਾਰ ਆ ਗਈ, ਉਹਦੇ ਨਾਲ ਤਬਦੀਲੀ ਵੀ ਜ਼ਰੂਰੀ ਪਰ ਅਸੀਂ ਆਪਣੀ ਮੌਲਿਕਤਾ ਨਾ ਛੱਡੀਏ। ਔਰ ਇਹਦੇ ਨਾਲ ਹੀ ਇੱਥੋਂ ਹੀ ਵਸਦੇ ਸਾਡੇ ਪੰਜਾਬੀਆਂ ਲਈ ਇੱਕ ਔਖੀ ਘੜੀ ਇਹ ਵੀ ਹੁੰਦੀ ਸੀ ਕਿ ਪੰਜਾਬ ਤੋਂ ਸਾਨੂੰ ਸਾਜੀ ਨਹੀਂ ਸੀ ਮਿਲਦੇ, ਢੋਲ ਵਾਲੇ ਜਾਂ ਢੋਲ ਵਾਲੇ ਉਸਤਾਦ ਲੋਕ ਸਾਨੂੰ ਨਹੀਂ ਸੀ ਮਿਲਦੇ। ਅਜੇ ਕਿ ਬਹੁਤ ਸਤਿਕਾਰ ਹੈ ਉਹਨਾਂ ਪਰਿਵਾਰਾਂ ਦਾ, ਉਹਨਾਂ ਕੋਸ਼ਿਸ਼ਾਂ ਦਾ ਜਿਨ੍ਹਾਂ ਦੇ ਵਿੱਚ ਰਾਜੂ ਜੌਲ ਵਰਗੇ, ਰੇਮਨ ਭੁੱਲਰ ਵਰਗੇ ਜਾਂ ਇੱਥੋਂ ਦੇ ਜੰਪਲ ਬੱਚੇ ਜਿਨ੍ਹਾਂ ਨੇ ਸਾਜ਼ ਨਾਲ ਮੋਹ ਪਾਲਿਆ ਔਰ ਸਿੱਖ ਰਹੇ ਨੇ। ਪਰ ਜਿਹੜੇ ਉਸਤਾਦ ਲੋਕ ਸਿਖਾ ਵੀ ਰਹੇ ਨੇ, ਇਹ ਵੀ ਇੱਕ ਬੜੀ ਕਮਾਲ ਦੀ ਗੱਲ ਆ। ਔਰ ਇਹਦੇ ਨਾਲ ਇਹ ਕੋਸ਼ਿਸ਼ਾਂ ਬਹੁਤ ਵਧੀਆ ਹੋ ਰਹੀਆਂ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਸਮੇਂ ਨਾਲ ਸਭਰਾਂ ਦਾ ਸਤਿਕਾਰ ਆ, ਸਮੇਂ ਦੇ ਨਾਲ ਨਾਲ ਉਹ ਚੀਜ਼ਾਂ ਦਾ ਪ੍ਰਭਾਵ ਹੌਲੀ ਹੌਲੀ ਹੋਰ ਵੱਧ ਰਿਹਾ। ਪਰ ਪਹਿਲੀਆਂ ਦੇ ਵਿੱਚ ਜਦੋਂ ਮਿਊਜ਼ਿਕ ਦਾ ਭੰਗੜਾ ਸ਼ੁਰੂ ਹੋਇਆ ਜਿਨ੍ਹਾਂ ਸਮਿਆਂ ਦੇ ਵਿੱਚ, ਉਦੋਂ ਇੱਕ ਬਹੁਤ ਵੱਡੀ ਘਾਟ ਇਹ ਸੀ ਕਿ ਸਾਡੇ ਕੋਲ ਸਾਜ਼ ਨਹੀਂ ਸੀ ਹੁੰਦੇ। ਮੇਰੇ ਪਿੱਛੇ ਜੇ ਸਾਡੇ ਬਹੁਤ ਸਤਿਕਾਰਯੋਗ ਭਾਜੀ ਚਰਨਜੀਤ ਸਿੰਘ ਸੈਣੀ ਹੋਣਾ ਨਾਲ ਗੱਲ ਹੋ ਰਹੀ ਸੀ, ਸੈਣੀ ਭਾਜੀ ਦੱਸ ਰਹੇ ਕਿ ਜਦੋਂ ਉਹਨਾਂ ਨੇ 72 ਦੇ ਦਹਾਕਿਆਂ ਦੇ ਵਿੱਚ ਜਾਂ 1972-75 ਦੇ ਸਮਿਆਂ ਦੇ ਵਿੱਚ ਕਮਾਲ ਦਾ ਭੰਗੜਾ ਹਾਲੇ ਵੀ ਭੰਗੜਾ, ਔਰ ਜਦੋਂ ਉਹ ਕਹਿੰਦੇ ਅਸੀਂ ਪਾਉਂਦੇ ਹੁੰਦੇ ਸੀ, ਸਾਡੇ ਕੋਲ ਲਾਲ ਚੰਦ ਭੱਟੀ ਉਸਤਾਦ ਜੀ ਹੋਣਾ ਦਾ ਅਸੀਂ ਸਾਜ਼ ਰਿਕਾਰਡ ਕਰਕੇ ਮੰਗਾਉਂਦੇ ਹੁੰਦੇ ਸੀ। ਉੱਥੋਂ ਸ਼ੁਰੂਆਤ ਹੁੰਦੀ ਹੈ ਜੀ ਸਾਡੇ ਮਤਲਬ ਭੰਗੜੇ ਦੀ ਜਾਂ ਲੋਕ ਨਾਚਾਂ ਦੀ, ਜੇ ਮੈਂ ਗੱਲ ਕਰਾਂ ਇੱਥੇ ਕੈਨੇਡਾ ਦੇ ਵਿੱਚ। ਸੋ ਹੁਣ ਦੇ ਸਮੇਂ ਦੇ ਵਿੱਚ ਤਬਦੀਲੀ ਬਹੁਤ ਆ ਗਈ, ਪਰ ਨਾਲ ਦੀ ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਦਾ ਇਹ ਵਿਦਿਆਰਥੀ ਆ ਰਹੇ ਨੇ ਜਾਂ ਹੋਰ ਆਪਣਾ ਭਾਈਚਾਰਾ ਇੱਥੇ ਵੱਧ ਰਿਹਾ, ਹੁਣ ਪਿਛਲੇ 10-15 ਸਾਲਾਂ 'ਚ ਜਦੋਂ ਦੇ ਅਸੀਂ ਇੱਥੇ ਆਏ ਜਾਂ ਦੇਖਿਆ ਸੁਣਿਆ, ਹੁਣ ਪੰਜਾਬ ਦੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨੱਚੇ ਹੋਏ ਮੁੰਡੇ ਜਾਂ ਨੱਚੇ ਹੋਈਆਂ ਕੁੜੀਆਂ ਜਿਨ੍ਹਾਂ ਦੀ ਗਿੱਧੇ ਨਾਲ ਜਾਂ ਵੱਖ-ਵੱਖ ਲੋਕ ਨਾਚਾਂ ਨਾਲ ਜਿਹੜੇ ਜੁੜੇ ਹੋਏ ਨੇ, ਉਹਨਾਂ ਦੀ ਆਉਣ ਦੇ ਨਾਲ ਇੱਕ ਵੱਖਰਾ ਰੂਪ ਤੁਸੀਂ ਵੇਖੋਗੇ ਕਿ ਪਿਛਲੇ 5-10 ਸਾਲਾਂ ਦੇ ਵਿੱਚ ਇੱਕ ਵੱਖਰਾ ਮੁਹਾਰ ਜਿਹੜਾ ਆ ਮੁਹਾਂਦਰਾ ਹੀ ਬਦਲਦਾ ਰਿਹਾ ਆ। ਸਾਡਾ ਲੋਕ ਨਾਚ ਭੰਗੜਾ, ਤੁਸੀਂ ਲੋਕ ਨਾਚਾਂ ਦੀ ਗੱਲ ਕੀਤੀ ਹੈ ਜੀ, ਪੰਜਾਬੀਆਂ ਦੇ ਹੋਰ ਕਿਹੜੇ-ਕਿਹੜੇ ਲੋਕ ਨਾਚ ਨੇ ਜੀ? ਜੀ ਬਿਲਕੁਲ, ਲੋਕ ਨਾਚਾਂ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਜੀ ਕਿ ਜਿਵੇਂ ਬੋਲੀ ਦਾ ਪ੍ਰਭਾਵ ਆ, ਜੇ ਬੋਲੀ ਦੇ ਪ੍ਰਭਾਵ ਦੀ ਗੱਲ ਕਰੀਏ ਕਿ ਆਪਾਂ ਆਮ ਹੀ 3 ਲਫ਼ਜ਼ ਸੁਣਦੇ ਹਾਂ ਕਿ ਮਾਝਾ, ਮਾਲਵਾ, ਦੁਆਬਾ। ਬਿਲਕੁਲ ਇਲਾਕੇ ਦੇ ਹਿਸਾਬ ਨਾਲ, ਬੋਲੀ ਦੇ ਹਿਸਾਬ ਨਾਲ, ਖਿੱਤੇ ਦੇ ਹਿਸਾਬ ਦੇ ਨਾਲ ਜਿਵੇਂ ਬੋਲੀ ਦਾ ਪ੍ਰਭਾਵ ਜਿਹੜਾ ਆ ਉਹ ਬਦਲਦਾ, ਇਵੇਂ ਵੀ ਸਾਡੇ ਜਿਹੜੇ ਲੋਕ ਨਾਚ ਆ ਕਿਸੇ, ਜੇ ਮੈਂ ਮੋਟੇ ਜਿਹੇ ਤੌਰ 'ਤੇ ਕਹਾਂ ਜਿਵੇਂ ਭੰਗੜੇ ਦੀ ਗੱਲ ਕਰ ਲਈਏ, ਭੰਗੜਾ ਜਿਹੜਾ ਆ ਵੱਖ-ਵੱਖ ਸੈਗਮੈਂਟ ਨੂੰ, ਵੱਖ-ਵੱਖ ਲੋਕ ਨਾਚਾਂ ਦੇ ਵਿੱਚੋਂ ਲੈ ਕੇ ਕੁਝ ਸਟੈਪਸ ਨੂੰ ਇੱਕ ਸਟੇਜੀਕਰਨ ਭੰਗੜੇ ਦੇ ਦੌਰਾਨ ਲਿਆਂਦਾ ਗਿਆ, ਤਿਆਰ ਕੀਤਾ ਗਿਆ ਭੰਗੜਾ ਆ। ਉਹਦੇ ਵਿੱਚ ਇਲਾਕੇ ਦੇ ਹਿਸਾਬ ਨਾਲ ਕਿਤੇ ਜੰਡੂ ਸਿੰਘੇ ਨੂੰ ਜੰਡੂ ਸਿੰਘਾ ਕਿਹਾ ਜਾਂਦਾ, ਮਾਝੇ 'ਚ ਸ਼ਾਇਦ ਉਸੇ ਸੇਮ ਸਟੈਪ ਨੂੰ ਤਲਵਾਰ ਕਿਹਾ ਜਾਂਦਾ। ਬੋਲੀ ਦਾ ਪ੍ਰਭਾਵ ਜਿਹੜਾ ਜਾਂ ਬੋਲੀ ਦਾ ਫਰਕ ਆ। ਸੋ ਇੱਕ ਤੇ ਭੰਗੜਾ ਆਪਾਂ ਜੋ ਸਟੇਜੀ ਭੰਗੜਾ ਅੱਜ ਦੇਖ ਰਹੇ ਹਾਂ, ਪਰ ਇਸ ਸਟੇਜ ਦੇ ਭੰਗੜੇ ਤੋਂ ਪਹਿਲਾਂ ਜਿਹੜੇ ਇਲਾਕਿਆਂ ਦੇ ਵਿੱਚ ਅੱਡ-ਅੱਡ ਖਿੱਤਿਆਂ ਦੇ ਵਿੱਚ ਜਿਹੜੇ ਲੋਕ ਨਾਚ ਨੱਚੇ ਜਾਂਦੇ ਸੀ, ਜਿਨ੍ਹਾਂ ਦੇ ਵਿੱਚ ਮਲਵਈ ਗਿੱਧਾ, ਮਾਲਵੇ ਦੀ ਇੱਕ ਸ਼ਾਨ ਹੈ ਜਿਹੜਾ ਮਾਲਵੇ ਦੇ ਗਿੱਧੇ ਦੇ, ਮਲਵਈ ਗਿੱਧੇ ਦੇ ਨਾਲ ਨਾਲ ਜਿਹੜਾ ਇੱਕ ਸੰਮੀ ਨਾਚ ਨੱਚਿਆ ਜਾਂਦਾ, ਇੱਕ ਲੁੱਡੀ ਨਾਚ ਹੈ ਜੀ, ਇੱਕ ਝੂਮਰ ਨਾਚ ਹੈ ਜੀ। ਇਹ ਸਾਡੇ ਪੰਜਾਬ ਦੇ ਉਹ ਲੋਕ ਨਾਚ ਨੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਰੂਹ ਵਸਦੀ ਆ। ਕਿਸੇ ਪੁਰਾਣਿਆਂ ਬਜ਼ੁਰਗਾਂ ਨੂੰ ਜਦੋਂ ਖਾਸ ਤੌਰ ਦੇ ਉੱਤੇ ਜੇ ਉਹਨਾਂ ਨੂੰ ਅੱਜ ਪੁੱਛੀਏ ਵੀ ਭੰਗੜਾ ਜਾਂ ਜਿਹੜੇ ਲੋਕ ਨਾਚਾਂ ਨਾਲ ਜੁੜੇ ਰਹੇ ਨੇ, ਉਹ ਗੱਲ ਕਰਦੇ ਨੇ, ਕਹਿੰਦੇ ਅੱਜ ਤੇ ਭੰਗੜੇ ਨੂੰ ਨਾ ਜਿਵੇਂ ਕਹਿੰਦੇ ਹੁੰਦੇ, ਕਹਿੰਦੇ ਇੱਕ ਚੁਆਤੀ ਜੀ ਲੱਗੀ ਹੁੰਦੀ ਆ ਵੀ ਹਰ ਵੇਲੇ ਤੁਸੀਂ ਤੇਜ਼ੀ ਨਾਲ ਆਓ, ਤੇਜ਼ੀ ਨਾਲ ਨਿਕਲ ਜਾਣਾ, ਉਹ ਰਵਾਨਗੀ ਨਹੀਂ ਹੈਗਾ, ਰਵਾਨਗੀ ਜਿਹੜੀ ਉਹ ਹੈ ਨਹੀਂ। ਕਿਉਂਕਿ ਜਿਹੜਾ ਅੱਜ ਸਟੇਜ ਤੇ ਅਸੀਂ ਭੰਗੜਾ ਪਾ ਰਹੇ ਹਾਂ ਬਹੁਤਾਤ ਦੇ ਵਿੱਚ, ਇਹ ਫਿਰ ਜੀ ਇੱਕ ਵਿਚਾਰ ਹੈ ਜੀ, ਕੋਈ ਇਹਦੇ ਨਾਲ ਸਹਿਮਤੀ ਉਹ ਆਪੋ ਆਪਣੇ ਵਿਚਾਰ ਨੇ, ਸਤਿਕਾਰ ਸਭਨਾਂ ਦਾ। ਪਰ ਇਹਦੇ ਨਾਲ ਜਿਵੇਂ ਮਹਿਸੂਸ ਕਰਦਾ ਕਿ ਸਾਡੇ ਸਮਿਆਂ ਤੋਂ ਲੈ ਕੇ ਹੁਣ ਤੱਕ ਹੀ, ਜਿਵੇਂ ਮੈਂ ਤੁਹਾਨੂੰ ਹੁਣ ਇੱਕ ਜ਼ਿਕਰ ਕਰਦਾ, ਮੈਂ ਨਿੱਜੀ ਤੌਰ ਦੇ ਉੱਤੇ ਜਦੋਂ ਅਸੀਂ ਸਾਡੀਆਂ ਟੀਮਾਂ ਜਿੱਤਦੀਆਂ ਰਹੀਆਂ ਸ਼ੁਰੂ ਦੇ ਵਿੱਚ ਸਕੂਲ ਟਾਈਮ ਤੇ, ਉਦੋਂ ਅਸੀਂ ਇੱਕ ਸਟੈਂਡਿੰਗਾਂ ਕਰਦੇ ਹੁੰਦੇ ਸੀ। ਹੌਲੀ ਹੌਲੀ ਪਤਾ ਲੱਗਣ ਗਿਆ ਕਿ ਇਹ ਸਟੈਂਡਿੰਗਾਂ ਸਾਡੇ ਲੋਕ ਨਾਚ ਦਾ ਜਿਹੜਾ ਆ ਉਹ ਮਤਲਬ ਇੱਕ ਵੱਖਰੇ ਰੂਪ ਦੀ ਕੜੀ ਹੋ ਸਕਦੀ, ਪਰ ਇਹ ਹਿੱਸਾ ਨਹੀਂ। ਫਿਰ ਅਸੀਂ ਹੌਲੀ ਹੌਲੀ ਉਹ ਚੀਜ਼ਾਂ ਦੇ ਵਿੱਚ ਤਬਦੀਲੀ ਦੇਖੀ, ਫਿਰ ਸਟੈਂਡਿੰਗਾਂ ਖਤਮ ਹੋਈਆਂ ਤੇ ਇੱਕ ਦੌਰ ਆਇਆ ਕਿ ਚਾਲ ਤੋਂ ਭੰਗੜਾ ਸ਼ੁਰੂ ਹੋਣ ਗਾ। ਇੱਕ ਅਜਿਹਾ ਸਮਾਂ ਵੀ ਦੇਖਿਆ ਕਿ ਫਿਰ ਤੇਜ਼ੀ ਨਾਲ ਭੰਗੜੇ ਦਾ ਸਟਾਰਟ ਹੋਣਾ ਸ਼ੁਰੂ ਹੋਇਆ। ਹੌਲੀ ਹੌਲੀ ਸਮੇਂ ਨਾਲ ਤਬਦੀਲੀ ਜਿਹੜੀ ਆਉਂਦੀ ਆ ਉਹ ਜ਼ਰੂਰੀ ਵੀ ਆ। ਪਰ ਜੇਕਰ ਆਪਾਂ ਲੋਕ ਨਾਚਾਂ ਦੀ ਗੱਲ ਕਰੀਏ ਭਾਜੀ, ਨਾਚ ਦੇ ਵਿੱਚ ਵਖਰੇਵਾਂ ਆਉਣਾ ਇੱਕ ਵੱਖਰੀ ਚੀਜ਼ ਆ, ਪਰ ਲੋਕ ਨਾਚ ਜਿਹੜੀ ਆਪਾਂ ਗੱਲ ਕਰਦੇ ਕਿ ਜੇ ਆਪਾਂ ਆਪਣੀ ਗੱਲ ਕਰੀਏ ਵਿਰਸੇ ਵਿਰਾਸਤ ਦੀ, ਜਿੱਥੋਂ ਜੋ ਸਾਡਾ ਪਿਛੋਕੜ ਆ, ਉਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤੇ ਸਾਨੂੰ ਉਹਦੀ ਮੌਲਿਕਤਾ, ਉਹਦਾ ਜਿਹੜਾ ਮੂਲ ਆਧਾਰ ਆ ਲੋਕ ਨਾਚ ਦਾ, ਉਹ ਨਹੀਂ ਹੋਣਾ ਚਾਹੀਦਾ, ਉਹ ਖਤਮ ਹੋਣਾ ਚਾਹੀਦਾ ਖਾਸ ਤੌਰ ਦੇ ਉੱਤੇ। ਇਹੀ ਸਾਡੀਆਂ ਕੋਸ਼ਿਸ਼ਾਂ ਨੇ, ਔਰ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਹੀ ਅਸੀਂ ਇੱਥੇ ਇੱਕ ਆਪਣੇ ਵੱਲੋਂ ਕੋਸ਼ਿਸ਼ ਦੇ ਰੂਪ ਵਿੱਚ, ਇੱਕ ਕੜੀ ਦੇ ਰੂਪ ਦੇ ਵਿੱਚ ਇੱਕ ਸਾਡੀ ਸੰਸਥਾ ਜਿਹੜੀ ਆ ਹੋਂਦ ਦੇ ਵਿੱਚ ਆਈ ਆ, ਫੋਕ ਸਟਾਰ ਆਰਟਸ ਅਕੈਡਮੀ। ਅੱਛਾ, ਮੈਨੂੰ ਇਹ ਦੱਸਿਓ, ਤੁਸੀਂ ਪਹਿਲਾਂ ਆਏ ਜਦੋਂ ਗੱਲ ਕਰ ਰਹੇ ਸੀ ਕਿ ਅਸੀਂ ਬਹੁਤ ਸਾਰੇ ਉਸਤਾਦ ਲੋਕ ਆ ਉਹਨਾਂ ਨੂੰ ਵੀ ਲੈ ਕੇ ਆਉਂਦੇ ਹਾਂ,
ਸਾਡੇ ਦਰਸ਼ਕਾਂ ਦੇ ਲੋਕਾਂ ਦੇ ਰੂਬਰੂ ਕਰਦੇ ਆ, ਉਹ ਫਿਰ ਕਿਵੇਂ ਕੀਤਾ ਜਾਂਦਾ ਜੀ? ਤੁਸੀਂ ਇੱਥੇ ਬੈਠੇ ਹੋ, ਉਸਤਾਦ ਲੋਕ ਪੰਜਾਬ 'ਚ, ਹੋ ਸਕਦਾ ਕੋਈ ਕਿਸੇ ਹੋਰ ਕੋਨੇ ਹੋਵੇ, ਉਹ ਕਿਵੇਂ ਕਰਦੇ? ਇਹ ਵਰ੍ਹਾ ਜਿਹੜਾ ਸੀਗਾ ਭਾਜੀ 2020, ਇਸ ਵਰ੍ਹੇ ਦੇ ਵਿੱਚ ਜਿਵੇਂ ਆਪਾਂ ਸਾਰੇ ਜਾਣਦੇ ਕਿ ਕਰੋਨਾ ਵਾਇਰਸ ਦੇ ਦੌਰਾਨ ਜ਼ਿੰਦਗੀ ਦੀ ਜਿਹੜੀ ਉਥਲ ਪੁਥਲ ਆ ਸੰਸਾਰ ਪੱਧਰ ਦੇ ਵਿੱਚ ਹੀ ਜਿਹੜੀ ਆ ਮਤਲਬ ਹੋ ਚੁੱਕੀ ਆ। ਸਾਡੇ ਆਮ ਜੀਵਨ ਜਿਹੜਾ ਆ ਸਾਰਾ ਕੁਝ ਹਿੱਲ ਚੁੱਕਿਆ ਇਸ ਵੇਲੇ, ਕੰਮਾਂ ਕਾਰਾਂ ਤੋਂ ਲੈ ਕੇ ਇਹਦੇ ਵਿੱਚ। ਉੱਧਰੋਂ ਜਦੋਂ ਅਸੀਂ ਸੰਸਥਾ ਬਣਾਈ, ਕੁਛ ਕੁ ਮਹੀਨੇ ਹੋਏ ਸੀਗੇ, ਬੱਚੇ ਪਰਿਵਾਰ ਜਿਹੜੇ ਸੀ ਜੁੜਨੇ ਸ਼ੁਰੂ ਹੋਏ। ਉਹਨਾਂ ਸਮਿਆਂ ਦੌਰਾਨ ਜਦ ਵਾਇਰਸ ਦਾ ਸਮਾਂ ਜਿਹੜਾ ਇਹ ਸ਼ੁਰੂ ਹੋਇਆ, ਉਹਦੇ ਵਿੱਚ ਸਾਡੇ ਕੋਲੇ ਫਿਰ ਇੱਕ ਅਜਿਹਾ ਸਮਾਂ ਆਇਆ ਕਿ ਜਦੋਂ ਅਸੀਂ ਬੱਚਿਆਂ ਨੂੰ ਇਕੱਠੇ ਰੂਪ 'ਚ ਕਲਾਸਾਂ ਦੇ ਰੂਪ ਦੇ ਵਿੱਚ ਕਲਾਸਾਂ ਨਹੀਂ ਸੀ ਦੇ ਸਕਦੇ, ਕਿਉਂਕਿ ਜੋ ਸਾਡੀਆਂ ਫਰੇਜ਼ਰ ਹੈਲਥ ਦੀਆਂ ਗਾਈਡਲਾਈਨਸ ਜਾਂ ਜੋ ਸਾਡੀਆਂ ਅਥਾਰਟੀਜ਼ ਦੀਆਂ ਗਾਈਡਲਾਈਨ ਸੀ ਉਹਦੇ ਮੁਤਾਬਕ ਉਹਨਾਂ ਸਮੇਂ 'ਚ ਇੱਕ ਕੋਸ਼ਿਸ਼ ਸਾਹਮਣੇ ਕੀਤੀ ਗਈ ਕਿ ਇੱਕ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਇਲੈਕਟ੍ਰੋਨਿਕ ਜ਼ਮਾਨਾ ਆ, ਆਪਾਂ ਐਪਸ ਦੇ ਥਰੂ ਆਪਾਂ ਜ਼ੂਮ ਐਪ ਦੇ ਰਾਹੀਂ ਬੱਚਿਆਂ ਨੂੰ ਘਰਾਂ 'ਚ ਬੈਠੇ ਨੂੰ ਅਸੀਂ ਆਨਲਾਈਨ ਭੰਗੜੇ ਦੀਆਂ ਫ੍ਰੀ ਕਲਾਸਿਸ ਜਿਹੜੀਆਂ ਸੀਗੀਆਂ ਉਹ ਸ਼ੁਰੂ ਕੀਤੀਆਂ ਜੀ। ਉਹਦੇ ਵਿੱਚੋਂ ਹੀ ਇੱਕ ਸਾਡੀ ਕੋਸ਼ਿਸ਼ ਨਿਕਲੀ ਕਿ ਆਪਾਂ ਇੱਕ ਪ੍ਰੋਜੈਕਟ ਕਰੀਏ ਜਿਹਦੇ ਵਿੱਚ ਅਸੀਂ ਕਿਵੇਂ ਵੱਧ ਤੋਂ ਵੱਧ ਇਸ ਸਮੇਂ ਦਾ ਲਾਹਾ ਲੈ ਸਕਦੇ ਨੇ, ਕਿਵੇਂ ਆਪਣੇ ਆਪ ਨੂੰ ਇਹਨਾਂ ਸਮੇਂ, ਕਿਉਂਕਿ ਬੱਚੇ ਘਰਾਂ 'ਚ ਬੰਦ ਨੇ, ਸਕੂਲ ਜਾ ਨਹੀਂ ਰਹੇ, ਮਾਪੇ ਘਰਾਂ ਦੇ ਵਿੱਚ ਉਹ ਇੱਕ ਆਪਣੇ ਮਾਨਸਿਕ ਤਣਾਅ ਜਾਂ ਮਾਨਸਿਕ ਚੀਜ਼ਾਂ ਦੇ ਵਿੱਚ ਦੀ ਲੰਘ ਰਹੇ ਨੇ। ਉਹਨਾਂ ਸਮਿਆਂ ਦੇ ਵਿੱਚ ਬੱਚਿਆਂ ਦੀ ਮਾਨਸਿਕਤਾ, ਇੱਕ ਖੁਦ ਐਜ਼ ਏ ਮਾਪੇ ਹੋਣ ਦੇ ਨਾਤੇ ਮੇਰੇ ਘਰ ਦੇ ਵਿੱਚ 2 ਬੱਚੇ ਨੇ, ਅਸੀਂ ਸਭਨਾਂ ਨੇ ਇੱਕ ਸਲਾਹ ਕੀਤੀ ਸੰਸਥਾ ਦੇ ਰੂਪ ਦੇ ਵਿੱਚ। ਅਸੀਂ ਫਿਰ ਇੱਕ ਪ੍ਰੋਜੈਕਟ ਲੈ ਕੇ ਆਏ, ਕਲਰਸ ਆਫ ਆਰਟ। ਅੱਛਾ ਜੀ, ਕਲਾ ਦੇ ਰੰਗ, ਜਿਸ ਵਿੱਚ ਅਸੀਂ ਆਨਲਾਈਨ ਇੰਸਟਾਗ੍ਰਾਮ ਦੇ ਉੱਪਰ ਹਫਤੇ ਦੇ ਦਿਨ ਬੁੱਧਵਾਰ ਅਤੇ ਦਿਨ ਸ਼ੁੱਕਰਵਾਰ 2 ਦਿਨ ਸ਼ਾਮ ਨੂੰ 7 ਤੋਂ 8 ਪੈਸੀਫਿਕ ਟਾਈਮ ਦੇ ਸਮੇਂ ਦੇ ਮੁਤਾਬਕ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜੇ ਪੰਜਾਬੀ ਲੋਕ ਸਾਜ਼ ਨੇ ਜਾਂ ਲੋਕ ਸਾਜ਼ਾਂ ਦੇ ਕਲਾਕਾਰ ਕਹਿ ਲਓ, ਉਹਨਾਂ ਨੂੰ ਅਸੀਂ ਇੰਸਟਾਗ੍ਰਾਮ ਦੇ ਉੱਤੇ ਲਾਈਵ ਲੈ ਕੇ ਆਉਂਦੇ ਹਾਂ ਅਤੇ ਰੂਬਰੂ ਕਰਦੇ ਹਾਂ ਸਾਡੇ ਆਮ। ਔਰ ਉਹ ਕਲਾਕਾਰ ਜਿਹੜੇ ਸ਼ਾਇਦ ਪਦਾਰਥਵਾਦ ਦੇ ਦੌਰ ਦੇ ਵਿੱਚ ਜਾਂ ਬਹੁਤ ਪਿੱਛੇ ਰਹਿ ਗਏ ਹੋਣ, ਪਰ ਕਲਾ ਦੇ ਪੱਖ ਤੋਂ ਬਹੁਤ ਧਨੀ ਲੋਕ, ਬਹੁਤ ਕੁਝ ਸਿੱਖਿਆ ਜਾ ਸਕਦਾ, ਖਜ਼ਾਨਾ ਹੈ ਜੀ। ਜਿਨ੍ਹਾਂ 'ਚ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਕਿ ਉਸਤਾਦ ਜਨਕ ਰਾਜ, ਜਿਨ੍ਹਾਂ ਨੂੰ ਅੱਜ ਦੇ ਸਮੇਂ 'ਚ ਕਿਹਾ ਜਾਵੇ ਤੇ ਭੰਗੜੇ ਦੇ ਰੱਬ ਨੇ, ਜਾਂ ਜਿਨ੍ਹਾਂ ਨੇ 55 ਵਰ੍ਹੇ ਲਗਭਗ ਸਾਜ਼ ਵਜਾਇਆ, ਔਰ ਉਹਨਾਂ ਦੇ ਉਹ ਬਿਰਧ ਅਵਸਥਾ 'ਚ ਨੇ ਇਸ ਵੇਲੇ, ਕਾਫੀ ਲੰਮੀ ਬਿਮਾਰੀ ਦੇ ਅਰਸੇ ਤੋਂ ਬਾਅਦ ਜਦੋਂ ਇੱਕ ਵਾਰੀ ਫਿਰ ਉਹਨਾਂ ਨੂੰ ਮੈਂ ਢੋਲ ਦੇ ਨਾਲ ਜਦੋਂ ਮੈਂ ਆਪਣੇ ਪ੍ਰੋਗਰਾਮ 'ਚ ਦੇਖਿਆ ਤੇ ਮੈਂ ਵੀ ਬਹੁਤ ਭਾਵੁਕ ਸੀਗਾ ਕਿ ਉਸਤਾਦ ਜੀ ਦੀ ਉਹ ਵਜਾਈ, ਜਿਵੇਂ ਉਹ ਮਿੱਠਾ ਢੋਲ ਜਿਵੇਂ ਕਹਿੰਦੇ ਸੀ ਵਜਾਉਂਦੇ ਉਸਤਾਦ ਜੀ, ਉਵੇਂ ਉਹਨਾਂ ਨੂੰ ਮੈਂ ਲਾਈਵ ਸੁਣਿਆ। ਔਰ ਉਹਨਾਂ ਦੇ ਤਜਰਬਿਆਂ ਦੀ ਸਾਂਝ ਅਸੀਂ ਉਸ ਪ੍ਰੋਗਰਾਮ ਦੇ ਨਾਲ ਰਾਹੀਂ ਇੱਥੋਂ ਦੀ ਜੰਪਲ ਬੱਚਿਆਂ ਦੀ ਨਾਲ ਜਾਂ ਇੱਥੋਂ ਦੇ ਮਾਪਿਆਂ ਨਾਲ ਪਾਉਣੇ ਕਿ ਕਿਵੇਂ, ਕਿਹੜੇ ਉਹ ਸਾਜ਼ ਸੀਗੇ, ਕਿਹੜੇ ਉਹ ਲੋਕ ਸੀਗੇ, ਸਾਜ਼ ਅਲਗੋਜੇ ਕਿਵੇਂ ਵੱਜਦੇ ਆ, ਤੁੰਬੀ ਕਿਵੇਂ ਵੱਜਦੀ ਆ, ਤੁੰਬੀ ਦੀ ਤਣਕਾਰ ਕਿਵੇਂ ਆ, ਤੁੰਬੀ ਦਾ ਇਤਿਹਾਸ ਕੀ ਹੈ, ਕਿੱਥੋਂ ਸ਼ੁਰੂ ਹੋਈ, ਅਲਗੋਜ਼ਿਆਂ ਬਾਰੇ ਕਿਵੇਂ ਸ਼ੁਰੂਆਤ ਹੋਈ, ਕਿਹੜੇ ਲੋਕ ਸਾਜ਼ ਨੇ, ਢੋਲ ਦੀ ਜਿਹੜੀ ਆ, ਢੋਲ ਬਣਦਾ ਕਿਵੇਂ ਆ, ਢੋਲ ਦੇ ਵਿੱਚ ਕਿਹੜੀ ਲੱਕੜ ਵਰਤੀ ਜਾਂਦੀ ਆ, ਕਿਹੜੇ ਪੁੜੇ ਕਾਹਦੇ ਬਣਦੇ ਆ, ਪੁੜਿਆਂ ਨੂੰ ਕਹਿੰਦੇ ਕੀ ਨੇ, ਨਰ ਤੇ ਮਾਦਾ ਕੀ ਹੈ ਸਾਜ਼ ਦਾ। ਇਹ ਚੀਜ਼ਾਂ ਫਿਰ ਅਸੀਂ ਉਸਤਾਦ ਲੋਕਾਂ ਤੋਂ ਪੁੱਛਦੇ ਹਾਂ, ਉਹ ਸਾਨੂੰ ਆਪਣੇ ਤਜਰਬਿਆਂ ਦੀ ਸਾਂਝ ਪਾਉਂਦੇ, ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀ ਜੀ। ਅੱਛਾ, ਆਮ ਤੌਰ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਵਿਡ-19 ਨੇ ਲਗਭਗ ਦੁਨੀਆ ਦਾ ਜ਼ਿੰਦਗੀ ਦਾ ਹਰ ਪਹਿਲੂ ਪ੍ਰਭਾਵਿਤ ਕਰ ਦਿੱਤਾ ਜੀ। ਮੈਂ ਵੇਖਦਾ ਕਬੱਡੀ ਟੂਰਨਾਮੈਂਟ ਅੱਜ ਕੱਲ੍ਹ ਬਹੁਤ ਹੁੰਦੇ ਸੀ, ਭੰਗੜੇ ਦੀਆਂ ਅਕੈਡਮੀਆਂ ਦੇ ਕੰਪੀਟੀਸ਼ਨ ਬਹੁਤ ਹੁੰਦੇ ਸੀ, ਪਰ ਹੁਣ ਲਗਭਗ ਬਹੁਤੇ ਟੂਰਨਾਮੈਂਟ ਚਾਹੇ ਉਹ ਸਟੇਡੀਅਮ 'ਚ ਖੇਡ ਰਹੇ ਹੋਣ, ਪਰ ਦਰਸ਼ਕ ਆਨਲਾਈਨ ਹੀ ਬੈਠ ਕੇ ਦੇਖਦੇ ਆ ਜੀ। ਹੁਣ ਪ੍ਰਭਾਵਿਤ ਭੰਗੜੇ ਨੂੰ ਵੀ ਕੀਤਾ, ਕਿਉਂਕਿ ਇਹ ਵੀ ਗਰੁੱਪ ਵਿੱਚ ਹੀ ਪਾਇਆ ਜਾਂਦਾ ਹੈ, ਕੰਪੀਟੀਸ਼ਨ ਵੀ ਗਰੁੱਪ 'ਚ ਆ ਕੇ ਉੱਥੇ ਲੋਕਾਂ ਨੇ ਵੀ ਬੈਠਣਾ ਹੈ। ਕੋਈ ਕੰਪੀਟੀਸ਼ਨ ਕਰ ਰਹੇ ਹੋ, ਜੇ ਕਰ ਰਹੇ ਹੋ ਤਾਂ ਕਿਵੇਂ ਹੋ ਰਿਹਾ ਜੀ? ਕੰਪੀਟੀਸ਼ਨ ਦੇ ਰੂਪ ਦੇ ਵਿੱਚ ਵੀ ਇੱਕ ਸਾਡੇ ਜਿਵੇਂ ਸੰਸਥਾ ਦੀ ਮੈਂ ਤੁਹਾਨੂੰ ਜ਼ਿਕਰ ਕੀਤਾ ਜਾਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀਗੀ ਕਿ ਭੰਗੜਾ ਜੋੜਦਾ ਆ, ਲੋਕ ਨਾਚ ਜਿਹੜੇ ਨੇ, ਸਾਡੇ ਲੋਕਾਂ ਦੇ ਨਾਚ ਜਿਹੜੇ ਨੇ, ਇਹ ਸਾਨੂੰ ਆਪਸ ਦੇ ਵਿੱਚ ਇੱਕ ਕੜੀ ਦੇ ਰੂਪ ਦੇ ਵਿੱਚ ਜੋੜਦੇ ਨੇ, ਸਾਡਾ ਭਾਈਚਾਰਕ ਸਾਂਝ ਵਧਾਉਂਦੇ ਨੇ। ਸਾਨੂੰ ਛੋਟੇ ਹੁੰਦਿਆਂ ਤੋਂ ਆਪਣੇ ਆਂਢ ਗੁਆਂਢ ਤੋਂ ਅਸੀਂ ਜੋ ਮਾਹੌਲ ਕਬੂਲਿਆ, ਉਹ ਫਿਰ ਅਸੀਂ ਸਕੂਲਾਂ ਕਾਲਜਾਂ ਤੋਂ ਇੱਥੇ ਅਸੀਂ ਅਮਰੀਕਾ ਕੈਨੇਡਾ ਤੱਕ ਲੈ ਕੇ ਆਏ। ਦੇਖਣ ਦੇ ਵਿੱਚ ਇਹ ਚੀਜ਼ ਆ ਰਹੀ ਸੀਗੀ ਕਿ ਭੰਗੜੇ 'ਚ ਜੁੜੇ ਹੋਏ ਰਹਿਣ ਕਰਕੇ ਮੇਰੇ ਵਾਂਗ ਹੋਰ ਲੋਕਾਂ ਵੱਲੋਂ ਵੀ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਆਮ ਤੌਰ ਦੇ ਉੱਤੇ ਬਹੁਤਾਤ ਦੇ ਵਿੱਚ ਬਾਕੀ ਭਾਈਚਾਰਿਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਲੋਕ ਨਾਚਾਂ ਨੂੰ ਇੱਕ ਕੜੀ ਦੇ ਰੂਪ ਵਿੱਚ ਲਿਆਉਣ ਦੇ ਲਈ। ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ ਤਾਂ ਯੂਰਪ ਦੇ ਵਿੱਚ ਲੋਕ ਨਾਚਾਂ ਦੇ ਬਹੁਤ ਵਧੀਆ ਜਿਹੜੇ ਮੁਕਾਬਲੇ ਜਾਂ ਕਹਿ ਲਓ ਜਾਂ ਉਹਨਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ, ਉਹ ਬਣਾਇਆ ਜਾਂਦਾ ਮਾਹੌਲ ਉੱਥੇ ਸਿਰਜਿਆ ਜਾਂਦਾ, ਤਾਂ ਹੀ ਉਹ ਲੋਕ ਜਾਂ ਬੱਚੇ ਜਿਹੜੇ ਬਚਪਨ ਤੋਂ ਲੋਕ ਕਲਾਵਾਂ ਵੱਲ ਜੁੜਦੇ ਨੇ। ਸੋ ਸਾਡੇ ਵੱਲੋਂ ਔਰ ਸਾਡੀ ਸੰਸਥਾ ਵੱਲੋਂ ਇਹਦੇ ਨਾਲ ਨਾਲ ਪੰਜਾਬ ਤੋਂ ਇੱਕ ਸੰਸਥਾ ਆ ਰਿਦਮ ਇੰਟਰਨੈਸ਼ਨਲ ਫੋਕ ਆਰਟ ਕਲੱਬ ਪਟਿਆਲੇ ਤੋਂ, ਪੰਜਾਬ ਦੇ ਵਿੱਚੋਂ ਇੱਕ ਕੜੀ ਦੇ ਰੂਪ ਵਿੱਚ ਸੰਸਥਾ ਦੇ ਰੂਪ ਵਿੱਚ ਉਹ ਸਾਡੇ ਨਾਲ ਜੁੜੇ। ਇੱਥੋਂ ਫੋਕ ਸਟਾਰ ਆਰਟਸ ਅਕੈਡਮੀ ਵੱਲੋਂ ਅਸੀਂ ਆਪਣੇ ਸਹਿਯੋਗ ਦੇ ਕੇ ਜਾਂ ਸਾਡੇ ਯਤਨਾਂ ਦੇ ਨਾਲ ਔਰ ਸਾਡੀ ਸਮੁੱਚੀ ਟੀਮ ਦੇ ਯਤਨਾਂ ਨਾਲ ਤੇ ਭਾਈਚਾਰੇ ਦੇ ਸਾਂਝ ਦੇ ਨਾਲ ਅਸੀਂ ਇੱਕ ਪ੍ਰੋਗਰਾਮ ਲੈ ਕੇ ਆਏ ਜੀ, ਫੋਕ
ਵਰਲਡ ਫੋਕ ਲੀਗ 2020। ਅੱਛਾ ਜੀ। ਜਿਹਦੇ ਵਿੱਚ ਦੁਨੀਆ ਭਰ ਦੇ ਜਿਹੜੇ ਲੋਕ ਨਾਚ ਨੇ ਜੀ, ਅੱਛਾ, ਪੰਜਾਬ ਨਾਲ ਭਾਵੇਂ ਸੰਬੰਧਿਤ ਨਾ ਵੀ ਹੋਣ, ਨਹੀਂ ਜੀ, ਦੁਨੀਆ ਭਰ ਦੇ ਇਕੱਲਾ ਕੇਵਲ ਤੇ ਕੇਵਲ ਪੰਜਾਬ ਨਹੀਂ, ਉਹਦੇ ਵਿੱਚ ਸਾਰੇ ਸੰਸਾਰ ਭਰ ਦੇ ਵਿੱਚੋਂ ਲੋਕ ਨਾਚ ਨੇ। ਰਸ਼ੀਆ 'ਚ ਬੈਠੇ ਬੰਦਿਆਂ ਨੂੰ ਝੂਮਰ ਦੇਖਣ ਨੂੰ ਮਿਲੂਗੀ, ਪੰਜਾਬ ਬੈਠਿਆਂ ਨੂੰ ਆਨਲਾਈਨ ਜਿਹੜੀ ਉਹ ਚੀਜ਼ ਆ ਕਿ ਯੂਰਪ ਦੇ ਵਿੱਚ ਕਿਹੜੇ ਨਾਚ ਨੇ, ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦੇ ਲਈ ਇੱਕ ਸਾਂਝੇ ਯਤਨ ਕੀਤੇ, ਔਰ ਉਹਨਾਂ ਸਾਂਝੇ ਯਤਨਾਂ ਨੂੰ ਅਮਲੀ ਰੂਪ ਦੇ ਵਿੱਚ ਅਸੀਂ ਹੁਣ ਲੈ ਕੇ ਆ ਰਹੇ ਹਾਂ ਸਭਨਾਂ ਦੇ ਰੂਬਰੂ ਕਿ 25 ਅਗਸਤ ਤੱਕ ਸਾਡੀਆਂ ਡੈਡਲਾਈਨਸ ਨੇ। 1 ਅਗਸਤ ਨੂੰ 1 ਸਤੰਬਰ ਨੂੰ ਅਸੀਂ ਉਹਦਾ ਰਿਜ਼ਲਟ ਅਨਾਉਂਸ ਕਰਨ ਜਾ ਰਹੇ ਹਾਂ, ਔਰ ਅਸੀਂ ਉਹਦੇ ਵਿੱਚ ਕੀ ਕੀਤਾ ਕਿ 3 ਮਿੰਟ ਦੀ ਜਿਹੜੀ ਆਨਲਾਈਨ ਉਹਦੀ ਰਿਕਾਰਡਿੰਗ ਹੈ ਜਾਂ ਕੋਈ ਵੀ ਲੋਕ ਨਾਚ ਦੀ ਉਹ ਵੀਡੀਓ ਸਾਨੂੰ ਭੇਜਣ, ਔਰ ਇਹਦੇ ਜਿਹੜੇ ਵੀਡੀਓ ਆ ਅਸੀਂ ਉਹਨਾਂ ਨੂੰ ਆਪਣੇ ਪੇਜਸ ਦੇ ਉੱਪਰ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਔਰ ਇਹਦੇ ਨਾਲ ਜਿਹੜੇ ਸਾਡੇ ਜੱਜਸ ਦਾ ਕ੍ਰਾਈਟੇਰੀਆ ਹੋਏਗਾ, ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਅਤੇ ਭਾਰਤ ਦੇ ਵਿੱਚੋਂ ਲਗਭਗ 1 ਤੋਂ 2 ਜੱਜਸ ਹੋਣਗੇ, ਬਾਕੀ ਦੁਨੀਆ ਦੇ ਵੱਖਰੇ ਹਿੱਸਿਆਂ ਦੇ ਵਿੱਚੋਂ ਉਹ ਜੱਜਸ ਜਿਹੜੇ ਨੇ ਲੋਕ ਨਾਚਾਂ ਦੇ ਉਸ ਮਹਾਂਕੁੰਭ ਨੂੰ ਜਿਹੜੇ ਆ ਉਹ ਜੱਜ ਕਰਨਗੇ ਜਾਂ ਉਹਦੇ ਵਿੱਚੋਂ ਕੱਢ ਕੇ ਲਿਆਉਣਗੇ ਉਹ ਹੀਰੇ ਜਾਂ ਉਹ। ਸਭਨਾਂ ਦਾ ਸਤਿਕਾਰ ਹੈ, ਸਾਰੇ ਲੋਕ ਨਾਚ ਆਪਣੇ ਜਗ੍ਹਾ ਤੇ ਹੁੰਦੀਆਂ ਨੇ। ਮੁਕਾਬਲੇ ਦੀ ਭਾਵਨਾ ਇੱਕ ਸਾਡੀ ਐ ਭਾਵਨਾ ਨਹੀਂ ਸੀ, ਸਾਡਾ ਮਕਸਦ ਸੀਗਾ ਲੋਕ ਨਾਚਾਂ ਨੂੰ ਇਕੱਠੇ ਕਰਕੇ ਇੱਕ ਸਾਂਝੇ ਮੰਚ ਤੇ ਲੈ ਕੇ ਆਉਣਾ, ਤਾਂ ਜੋ ਜੇਕਰ ਮੈਂ ਇੱਥੇ ਕੈਨੇਡਾ ਦੇ ਵਿੱਚ ਐਜ਼ ਏ ਮਾਪਿਆਂ ਦੇ ਤੌਰ ਤੇ ਗੱਲ ਕਰਾਂ ਕਿ ਸਾਡੇ ਕੋਲ ਅਸੀਂ ਬੱਚਿਆਂ ਨੂੰ ਲੈ ਕੇ ਪੰਜਾਬ ਤੇ ਜਾਂਦੇ ਹਾਂ ਜੀ। ਪੰਜਾਬ ਜਾ ਕੇ ਅਸੀਂ ਗੁਰੂ ਘਰ ਜਾਂ ਸਾਡੇ ਜੋ ਇਤਿਹਾਸਕ ਸਥਾਨ ਨੇ ਉਹਨਾਂ ਦੇ ਨਾਲ ਅਸੀਂ ਆਪਣੇ ਪਰਿਵਾਰਾਂ ਨਾਲ ਸਾਂਝ ਪਾਉਂਦੇ ਹਾਂ, ਪਰ ਰਸਤੇ ਦੇ ਵਿੱਚ ਸਾਡੇ ਕੋਲ ਬਹੁਤ ਸ਼ਾਇਦ ਘੱਟ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਰੁਕ ਕੇ ਕਿਤੇ ਯੂਰਪ ਦੇ ਵਿੱਚ ਜਾ ਕੇ ਦੇਖਿਆ ਜਾਵੇ ਕਿ ਅਸੀਂ ਘੁੰਮਣ ਨੂੰ ਤਾਂ ਚਲੇ ਜਾਂਦੇ ਹਾਂ, ਪਰ ਜੇ ਯੂਰਪ ਦੇ ਲੋਕ ਨਾਚ ਕਿਹੜੇ ਨੇ ਉਹ, ਜਾਂ ਰਸ਼ੀਆ ਦੇ ਵਿੱਚ ਲੋਕ ਨਾਚ ਕਿਹੜੇ ਨੇ, ਕਿਉਂਕਿ ਸਾਡਾ ਪੰਜਾਬ ਨੂੰ ਜਾਂਦਾ ਹੈ, ਸਾਡਾ ਐਂਗਲ ਹੀ ਨਹੀਂ, ਸਾਡਾ ਟਰੈਵਲ ਦਾ ਵੀ ਉਹ ਬਣਦਾ ਨਹੀਂ ਹੈਗਾ ਸਕੈਜੂਲ। ਉਹ ਇੱਕ ਆਨਲਾਈਨ ਇੱਕ ਸੰਸਥਾ ਜਾਂ ਆਨਲਾਈਨ ਇੱਕ ਇਹੋ ਜਿਹੇ ਮਾਹੌਲ ਸਿਰਜਿਆ ਗਿਆ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ, ਕਿਉਂ ਨਾ ਇੱਕ ਸਮੇਂ ਦਾ ਲਾਹਾ ਲਿਆ ਜਾਵੇ ਤੇ ਕਿਉਂ ਨਾ ਸਾਰੇ ਅੱਜ ਆਨਲਾਈਨ ਸਾਰੇ ਜੇਕਰ ਜ਼ੂਮ ਦੇ ਉੱਪਰ ਜਾਂ ਹੋਰ ਵੱਖ ਚੀਜ਼ਾਂ ਦੇ ਉੱਤੇ ਇਕੱਠੇ ਹੋ ਕੇ ਸਾਂਝਾਂ ਪਾਈਆਂ ਜਾ ਰਹੀਆਂ ਨੇ। ਇੱਕ ਸਾਂਝ ਪਾਉਣ ਦਾ ਤਰੀਕਾ ਹੀ ਹੈ ਜੀ ਬਸ, ਕਿ ਜਿਹਦੇ ਵਿੱਚ ਅਸੀਂ ਲੋਕ ਨਾਚਾਂ ਨੂੰ, ਲੋਕ ਕਲਾਕਾਰਾਂ ਨੂੰ ਇੱਕ ਸਾਂਝੇ ਰੂਪ ਦੇ ਵਿੱਚ ਲੈ ਕੇ ਆਈਏ। ਭਾਸ਼ਾ ਉਹਦੇ ਵਿੱਚ ਅੜਿੱਕਾ ਨਾ ਆਵੇ, ਤੁਹਾਡਾ ਨਾਚ, ਤੁਹਾਡੀ ਰਵਾਨਗੀ, ਤੁਹਾਡੇ ਵੱਖ ਰੰਗ ਬਰੰਗੇ ਜਿਹੜੇ ਉਹ ਕਲਰਸ ਨੇ, ਭੰਗੜੇ ਦੀਆਂ, ਸ਼ਮਲੇ ਦੀਆਂ ਪੱਗਾਂ ਦੇ ਨਾਲ ਉਹਨਾਂ ਨੂੰ ਰਸ਼ੀਆ ਦੇ ਡਾਂਸ ਦਾ, ਉਹਨਾਂ ਨੂੰ ਯੂਰਪ ਦੇ ਲੋਕ ਨਾਚਾਂ ਦਾ, ਉਹਨਾਂ ਨੂੰ ਇੰਡੋਨੇਸ਼ੀਆ ਦੇ ਲੋਕ ਨਾਚਾਂ ਦਾ ਇੱਕ ਕੜੀ ਦੇ ਰੂਪ ਦੇ ਵਿੱਚ ਜੋੜਨਾ ਇੱਕ ਸਾਡਾ ਮਕਸਦ ਸੀ। ਮਾਨ ਸਾਹਿਬ, ਇੱਕ ਬਹੁਤ ਖੂਬਸੂਰਤ ਗੱਲ ਹੈ, ਕਿਉਂਕਿ ਅਸੀਂ ਐਕਸਪਲੋਰ ਕਰੀਏ ਦੁਨੀਆ ਦੇ ਵਿੱਚ ਹੋਰ ਕੀ ਕੁਝ ਹੋ ਰਿਹਾ, ਉਹਨਾਂ ਦੀ ਜਿਹੜੇ ਲੋਕ ਨਾਚ ਨੇ, ਵੰਨਗੀਆਂ ਕੀ ਨੇ। ਤੇ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਜੁੜਨ ਦਾ ਤੇ ਹੋਰਨਾਂ ਨੂੰ ਜੋੜਨ ਦਾ ਉਪਰਾਲਾ ਵੀ ਵਧੀਆ, ਪਰ ਮੈਨੂੰ ਇਹ ਲੱਗਦਾ ਹੈ ਜਿੱਥੇ ਕੋਵਿਡ ਨੇ ਸਾਡੀ ਜ਼ਿੰਦਗੀ ਦੇ ਬਹੁਤ ਤਹਿਸ ਨਹਿਸ ਕੀਤੀ ਹੈ, ਉਥਲ ਪੁਥਲ ਲਿਆਂਦੀ ਹੈ, ਮੈਨੂੰ ਲੱਗਦਾ ਕਿ ਜੇਕਰ ਸਾਰਾ ਕੁਝ ਠੀਕ ਹੁੰਦਾ ਸ਼ਾਇਦ ਅਸੀਂ ਅੱਖੀਂ ਤੱਕਦੇ ਬੈਠ ਕੇ। ਜੀ ਬਿਲਕੁਲ ਬੈਨੀਪਾਲ ਸਾਹਿਬ, ਇੱਥੇ ਸੰਸਥਾ ਵੱਲੋਂ ਕੋਸ਼ਿਸ਼ਾਂ ਨੇ ਕਿ ਇਸ ਬਾਰੇ ਜਿੱਥੇ ਅਸੀਂ ਇਹ ਆਨਲਾਈਨ ਇਸ ਚੀਜ਼ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਵਰਲਡ ਫੋਕ ਲੀਗ 2020 ਆਨਲਾਈਨ, ਕੋਸ਼ਿਸ਼ਾਂ ਨੇ ਕਿ ਆਉਣ ਵਾਲੇ ਵਰ੍ਹੇ ਦੇ ਵਿੱਚ ਸਰੀ ਵੈਨਕੂਵਰ ਇਲਾਕੇ ਦੇ ਵਿੱਚ ਜਿਹੜੇ ਇਹ ਲੋਕ ਨਾਚ ਨੇ ਜਾਂ ਲੋਕ ਨਾਚਾਂ ਦੀਆਂ ਵੰਨਗੀਆਂ ਨੇ, ਇਹਨਾਂ ਨੂੰ ਇੱਕ ਅਮਲੀ ਰੂਪ ਦੇ ਵਿੱਚ ਇੱਕ ਲਾਈਵ ਜਿਹੜੇ ਅਸੀਂ ਇਹ ਸੈਗਮੈਂਟ ਹੈ ਉਹ ਲੈ ਕੇ ਆਈਏ, ਤਾਂ ਜੋ ਸਰੀ ਬੈਠਿਆਂ ਨੂੰ ਜਾਂ ਸਾਨੂੰ ਹੋਰ ਲੋਕ ਨਾਚ ਦੁਨੀਆ ਦੇ, ਕਿਉਂਕਿ ਇੱਥੇ ਖਾਸ ਤੌਰ ਤੇ ਜਿਸ ਮੁਲਕ 'ਚ ਬਹਿ ਕੇ ਅਸੀਂ ਇਹ ਗੱਲਬਾਤ ਅੱਜ ਕਰ ਰਹੇ ਹਾਂ, ਇਹਨੂੰ ਵੀ ਇੱਕ ਸਜਦਾ ਕਰਨਾ ਬਣਦਾ ਕਿ ਜਿਨ੍ਹਾਂ ਨੇ ਸਾਨੂੰ ਮੌਕੇ, ਮਾਹੌਲ ਦਿੱਤੇ ਇਸ ਮੁਲਕ ਨੇ, ਕਿ ਜਿੱਥੇ ਅਸੀਂ ਆਪਣੇ ਖੁੱਲ੍ਹ ਨਾਲ, ਆਜ਼ਾਦੀ ਨਾਲ, ਆਪਣੇ ਧਰਮ ਦੇ ਨਾਲ ਸਾਡੀਆਂ ਪੰਜਾਬੀਅਤ, ਸਾਡੇ ਵਿਰਸੇ ਵਿਰਾਸਤ ਦੀ ਬਾਤ ਪਾ ਸਕਦੇ ਹਾਂ। ਉੱਥੇ ਅਸੀਂ ਜਿਹੜੀਆਂ ਬਾਕੀ ਦੀਆਂ ਕੌਮਾਂ ਨੇ ਜਾਂ ਬਾਕੀ ਦੇ ਹੋਰ ਕਮਿਊਨਿਟੀਜ਼, ਵੱਖ ਮੁਲਕਾਂ ਤੋਂ, ਵੱਖ ਦੇਸ਼ਾਂ ਤੋਂ ਲੋਕ ਇੱਥੇ ਆਏ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ, ਤਾਂ ਜੋ ਕਿ ਇੱਕ ਸਤਿਕਾਰ ਜਿਹੜਾ, ਜਿੱਥੇ ਅਸੀਂ ਆਪਣੀਆਂ ਦਸਤਾਰਾਂ, ਆਪਣੇ ਵਿਰਸੇ ਵਿਰਾਸਤ ਦਾ ਸਤਿਕਾਰ ਚਾਹੁੰਦੇ ਹਾਂ, ਉਹਨਾਂ ਦੀਆਂ ਜੋ ਪਰੰਪਰਾਵਾਂ ਨੇ ਜਾਂ ਜੋ ਰਹੁ ਰੀਤਾਂ ਨੇ, ਉਹਨਾਂ ਦਾ ਸਤਿਕਾਰ ਕਰਦੇ ਹੋਇਆਂ ਇੱਕ ਪਰਿਵਾਰ ਦੀ ਤਰ੍ਹਾਂ, ਇੱਕ ਭਾਈਚਾਰਕ ਸਾਂਝ ਦੇ ਜਿਹੜੇ ਆ ਉਹ ਤੰਦ ਪਾਈਏ। ਸੋ ਉਹਦੇ ਲਈ ਅਸੀਂ ਇੱਕ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਹਾਂ ਕਿ ਆਉਣ ਵਾਲੇ ਵਰ੍ਹੇ ਦੇ ਵਿੱਚ ਅਸੀਂ ਹੋਰ ਵੀ ਵੱਖ ਕਮਿਊਨਿਟੀਆਂ ਦੇ ਨਾਲ ਸਾਂਝ ਪਾ ਕੇ ਇੱਕ ਅਮਲੀ ਰੂਪ ਦੇ ਵਿੱਚ ਇੱਕ ਇਹ ਜਿਹੜਾ ਮਾਹੌਲ ਹੈ ਸਿਰਜਾਂਗੇ ਦੀ ਕੋਸ਼ਿਸ਼ਾਂ ਦੇ ਵਿੱਚ। ਮਾਨ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਵੱਖ ਮੁਲਕਾਂ ਦੇ ਜਿਹੜੇ ਲੋਕ ਨਾਚ ਨੇ, ਮੈਨੂੰ ਪਤਾ ਹੈ ਜੇ ਮੈਂ ਗਲਤ ਨਾ ਹੋਵਾਂ 150 ਤੋਂ ਵੱਧ ਮੁਲਕਾਂ ਦੇ ਲੋਕ ਤਾਂ ਇਕੱਲੇ ਕੈਨੇਡਾ 'ਚ ਹੀ ਰਹਿੰਦੇ ਆ ਜੀ। ਜੇ ਅਸੀਂ ਆਪਣਾ ਭੰਗੜਾ ਨਾਲ ਲੈ ਕੇ ਆਏ ਹਾਂ ਤੇ ਉਹ ਵੀ ਆਪਣੇ ਲੋਕ ਨਾਚ ਨਾਲ ਲੈ ਕੇ ਹੀ ਆਏ ਆ। ਕੈਨੇਡਾ ਦੇ ਵਿੱਚ ਵੀ ਹੋਰਨਾਂ ਭਾਈਚਾਰਿਆਂ ਦੀਆਂ ਐਂਟਰੀਆਂ ਆ ਰਹੀਆਂ ਨੇ, ਇਹ ਤੋਂ ਕਿ ਨਿਊਜ਼ੀਲੈਂਡ ਤੋਂ ਹੀ ਆਉਣ, ਰਸ਼ੀਆ ਤੋਂ ਹੀ ਆਉਣ, ਯੂਰਪ ਤੋਂ ਆਉਣ, ਇੱਥੋਂ ਲੋਕਲ ਵੀ ਭੇਜੀਆਂ ਜਾ ਰਹੀਆਂ ਨੇ ਜੀ। ਬਿਲਕੁਲ ਜੀ, ਸਾਡੇ ਕੋਲ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਬਹੁਤ ਕੁਛ ਹੀ ਦਿਨਾਂ ਦੇ ਵਿੱਚ, ਆਉਣ ਵਾਲੇ ਕੁਛ ਹੀ ਦਿਨਾਂ ਦੇ ਵਿੱਚ ਅਸੀਂ ਇਹਦੀ ਡੇਟ ਇੱਕ ਅਨਾਉਂਸ ਕਰਕੇ ਸਾਡੀਆਂ ਵੀਡੀਓਜ਼ ਜਿਹੜੀਆਂ ਆ ਉਹ ਸਾਡੇ ਪੇਜਸ ਦੇ ਉੱਤੇ, ਦੋਨਾਂ ਸੰਸਥਾਵਾਂ ਦੇ ਉੱਤੇ, ਰਿਦਮ ਇੰਟਰਨੈਸ਼ਨਲ ਫੋਕ ਆਰਟ ਕਲੱਬ ਅਤੇ ਇਹਦੇ ਨਾਲ ਫੋਕ ਸਟਾਰ ਆਰਟਸ ਅਕੈਡਮੀ ਦੇ ਪੇਜਸ ਦੇ ਉੱਤੇ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਉੱਤੇ
ਉੱਤੇ ਤੁਸੀਂ ਦੇਖ ਸਕੋਗੇ। ਔਰ ਬੜੀਆਂ ਕਮਾਲ ਦੀਆਂ ਜਿਹੜੀਆਂ ਵੰਨਗੀਆਂ ਨੇ ਲੋਕ ਕਲਾਵਾਂ ਦੀਆਂ ਉਹ ਸਾਹਮਣੇ ਦੇਖਣ ਵਾਲੀਆਂ ਫਿਰ ਆ ਰਹੀਆਂ ਨੇ ਸਾਡੇ ਕੋਲ। ਐਂਟਰੀਜ਼ ਸੰਸਾਰ ਭਰ ਦੇ ਵਿੱਚੋਂ ਹੀ ਆ ਰਹੀਆਂ ਨੇ ਜੀ, ਕੈਨੇਡਾ ਤੋਂ ਵੀ ਆ ਰਹੀਆਂ ਨੇ। ਇਹਦੇ ਨਾਲ ਸਾਡੇ ਕੋਲ ਰਸ਼ੀਆ, ਜਿਵੇਂ ਮੈਂ ਜ਼ਿਕਰ ਕੀਤਾ, ਇੰਡੋਨੇਸ਼ੀਆ, ਯੂਰਪ, ਸਭਨਾਂ ਥਾਵਾਂ ਦੇ ਉੱਤੋਂ ਸਾਡੇ ਕੋਲ ਜਿਹੜੀਆਂ ਵੱਖ-ਵੱਖ ਜਿਹੜੀਆਂ ਐਂਟਰੀਜ਼ ਆ ਉਹ ਆ ਰਹੀਆਂ ਜੀ। ਸੋ ਇਹ ਖੁਸ਼ੀ ਦੀ ਗੱਲ ਹੈ। ਔਰ ਇਹਦੇ ਨਾਲ ਇੱਕ ਹੋਰ ਚੀਜ਼ ਮੈਂ ਸਾਂਝ ਪਾਉਣੀ ਚਾਹੁੰਦਾ ਕਿ ਕਲਰਸ ਆਫ ਆਰਟ ਦੇ ਵਿੱਚ ਹੀ ਇੱਕ ਪੱਖ ਜਿਹੜਾ ਖਾਸ ਤੌਰ ਦੇ ਇੱਥੇ ਵੈਨਕੂਵਰ ਇਲਾਕੇ ਦੇ ਵਿੱਚ ਵਸਦੇ ਪੰਜਾਬੀਆਂ ਲਈ ਕਿ ਸੰਸਥਾ ਵੱਲੋਂ ਕੋਸ਼ਿਸ਼ਾਂ ਨੇ, ਖਾਸ ਤੌਰ ਦੇ ਉੱਤੇ ਸਾਡੇ ਕੁਝ ਕਾਰੋਬਾਰੀ ਅਦਾਰਿਆਂ ਦੇ ਵੱਲੋਂ ਸਾਨੂੰ ਜੋ ਸਹਾਇਤਾ ਜਾਂ ਕਹਿ ਲਓ ਸਾਨੂੰ ਸਪੋਰਟ ਕਰਨ ਦੇ ਨਾਲ ਅਸੀਂ ਅਗਸਤ ਦੇ ਮਹੀਨੇ ਦੇ ਵਿੱਚ ਬੱਚਿਆਂ ਨੂੰ ਫ੍ਰੀ ਕਲਾਸਿਸ ਜਿਹੜੀਆਂ ਉਹ ਦੇ ਰਹੇ ਹਾਂ। ਕਿਸੇ ਵੀ ਲੋਕ ਕਲਾਵਾਂ, ਲੋਕ ਵੰਨਗੀਆਂ ਨਾਲ ਜੇਕਰ ਉਹਨਾਂ ਨੇ ਜੁੜਨਾ ਹੋਵੇ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਉਹ ਸਾਡੇ ਨੰਬਰ ਨਾਲ ਸੰਪਰਕ ਕਰਕੇ, ਸਾਡੇ ਨਾਲ ਗੱਲਬਾਤ ਕਰਕੇ ਆਪਣੇ ਬੱਚਿਆਂ ਨੂੰ ਰਜਿਸਟਰਡ ਕਰ ਸਕਦੇ ਆ। ਅਸੀਂ ਕੋਸ਼ਿਸ਼ਾਂ ਦੇ ਵਿੱਚ ਆ ਕਿ ਕਿਵੇਂ ਨਾ ਕਿਵੇਂ ਫਰੇਜ਼ਰ ਹੈਲਥ ਦੀਆਂ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਦਿਆਂ ਹੋਇਆਂ ਹੀ ਕਲਾਸਿਸ ਜਿਹੜੀਆਂ ਰੱਖੀਆਂ ਹੋਣ, ਚਾਹੇ ਉਹ ਆਨਲਾਈਨ ਕਲਾਸਿਸ ਵੀ ਦਿੱਤੀਆਂ ਜਾ ਰਹੀਆਂ, ਚਾਹੇ ਉਹ ਲਾਈਵ ਕਲਾਸਿਸ ਆ। ਤੁਸੀਂ ਕਿਸੇ ਵੀ ਰੂਪ ਦੇ ਵਿੱਚ, ਕਿਸੇ ਵੀ ਉਮਰ ਵਰਗ ਦੇ ਵਿੱਚੋਂ ਤੁਸੀਂ ਕੋਈ ਵੀ ਲੋਕ ਨਾਚ ਤੁਸੀਂ ਨਾਲ ਜੁੜਨਾ ਚਾਹੁੰਦੇ ਹੋ, ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਸ ਚੀਜ਼। ਅੱਛਾ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕਿਸੇ ਲੋਕ ਨਾਚ ਨਾਲ ਜੁੜਨਾ ਜਾਂ ਕਿਸੇ ਲੋਕ ਸਾਜ਼ ਨਾਲ ਜੁੜਨਾ ਹੈ, ਆਪਣੇ ਆਪ ਦੇ ਵਿੱਚ ਵਧੀਆ ਅਤੇ ਵਿਲੱਖਣ ਗੱਲ ਹੈ। ਅਸੀਂ ਢੋਲ ਬਾਰੇ ਤਾਂ ਸਾਰੇ ਜਾਣਦੇ ਪਰ ਸਾਨੂੰ ਪਤਾ ਨਹੀਂ ਇਹਨੂੰ ਪੁੜਾ ਕਹਿੰਦੇ ਹੈ, ਇਹ ਬਣਦੇ ਕਾਹਦੇ ਹੈ, ਇਹ ਬਣਦਾ ਕਾਹਦਾ ਹੈ, ਇਹਨੂੰ ਵਜਾਇਆ ਕਿਉਂ ਜਾਂਦਾ ਹੈ। ਸੋ ਆਪਣੇ ਆਪ ਦੇ ਵਿੱਚ ਇਹ ਗੱਲਾਂ ਨਿਆਰੀਆਂ ਵੀ ਨੇ ਸ਼ਾਇਦ ਬਹੁਤ ਸਾਰੇ ਦਰਸ਼ਕਾਂ ਵਾਸਤੇ, ਚਾਹੇ ਉਹਨਾਂ ਨੇ ਭੰਗੜਾ ਪਾਉਣਾ ਵੀ ਨਹੀਂ ਜੀ, ਪਰ ਜਾਣਕਾਰੀ ਹੋਣੀ ਉਹਨਾਂ ਦੇ ਵਾਸਤੇ ਵੀ ਕਈ ਵਾਰੀ ਲਾਜ਼ਮੀ ਆ। ਕਿਤੇ ਚਾਰ ਬੰਦਿਆਂ 'ਚ ਬੈਠ ਕੇ ਗੱਲ ਹੀ ਕਰਨੀ ਪੈਂਦੀ, ਮੈਂ ਦੱਸਦਾ ਉਹ ਢੋਲ ਕਿਵੇਂ ਬਣਦਾ, ਮੈਂ ਦੱਸਦਾ ਇਹ ਪੁੜਾ ਕਿਹਨੂੰ ਕਹਿੰਦੇ ਆ। ਕਿਤੇ ਇਹ ਨਾ ਹੋਵੇ ਜੀ ਸਾਡੇ ਟੀਕਾ ਲੱਗਦਾ ਸੀ ਪੁੜਾ ਉਹਨੂੰ ਹੀ ਸਮਝੀ ਜਾਈਏ। ਸੋ ਖੈਰ ਮੈਨੂੰ ਇਹ ਦੱਸੋ ਕਿ ਜਦੋਂ ਹੁਣ ਤੁਸੀਂ ਦੱਸਿਆ ਕਿ ਤੁਹਾਡੀ ਅਕੈਡਮੀ ਨੇ ਕੋਸ਼ਿਸ਼ ਕੀਤੀ ਹੈ ਕਿ ਦੁਨੀਆ ਭਰ ਦੇ ਲੋਕ ਨਾਚ ਇੱਕ ਮੰਚ 'ਤੇ ਲਿਆਂਦੇ ਜਾਣ, ਪਰ ਹੁਣ ਤੱਕ ਜਿਹੜੇ ਇੱਥੋਂ ਦੇ ਬੱਚੇ ਨੇ ਜਾਂ ਇੱਥੋਂ ਰਹਿਣ ਵਾਲੇ ਲੋਕ ਨੇ ਕਿੰਨੀ ਕੁ ਵੱਡੀ ਗਿਣਤੀ ਵਿੱਚ ਤੁਹਾਡੀ ਅਕੈਡਮੀ ਨਾਲ ਜੁੜ ਚੁੱਕੇ ਨੇ ਜੀ? ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਅਸੀਂ ਸ਼ੁਰੂਆਤ ਕੀਤੀ ਸੀ ਜਨਵਰੀ ਮਹੀਨੇ ਦੇ ਵਿੱਚ ਜੀ, ਨਾਲ ਦੀ ਨਾਲ ਕੋਵਿਡ ਆ ਗਿਆ ਜੀ। ਪਰ ਇਹਨਾਂ ਮਾਹੌਲ ਦੇ ਬਾਵਜੂਦ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਲਗਭਗ 70 ਦੇ ਕਰੀਬ ਜਿਹੜੇ ਬੱਚੇ ਆ ਜਿਹੜੇ ਉਹ ਇਸ ਵੇਲੇ ਕਲਾਸਿਸ ਜਿਹੜੀਆਂ ਉਹ ਲੈ ਰਹੇ। ਔਰ ਸਾਨੂੰ ਪਿਛਲੇ ਕੁਝ ਮਹੀਨੇ ਡੇਢ ਮਹੀਨੇ ਤੋਂ ਜ਼ਿਆਦੀਆਂ ਆਨਲਾਈਨ ਕਲਾਸਿਸ ਜਿਹੜੀਆਂ ਜਾ ਰਹੀਆਂ। ਔਰ ਜਦੋਂ ਤੋਂ ਅਸੀਂ ਕਲਰਸ ਆਫ ਆਰਟ ਦੇ ਵਿੱਚ ਵੱਖ-ਵੱਖ ਲੋਕ ਕਲਾਵਾਂ ਨੂੰ ਲੈ ਕੇ ਆ ਰਹੇ ਹਾਂ, ਔਰ ਉਹ ਲੋਕ ਕਲਾਵਾਂ ਦਾ ਜਿਹੜਾ ਪ੍ਰਭਾਵ ਆ ਲੋਕ ਮਨਾਂ 'ਤੇ ਕਿਵੇਂ ਅਸਰ ਕਰਦਾ, ਕਿਉਂਕਿ ਖਾਸ ਤੌਰ ਦੇ ਉੱਤੇ ਮਾਪੇ ਜਿਹੜੇ ਆ ਉਹਨਾਂ ਨੂੰ ਜਦੋਂ ਅਸੀਂ ਕੋਈ ਨਵੇਕਲੀ, ਨਿਆਰੀ ਅਤੇ ਕੋਈ ਆਪਣੇ ਵੱਲੋਂ ਕੋਸ਼ਿਸ਼ਾਂ ਦੇ ਵਿੱਚ ਸੁੱਚਤਾ ਜਦੋਂ ਉਹਨਾਂ ਨੂੰ ਨਜ਼ਰ ਆਉਂਦੀ ਹੈ ਤਾਂ ਮਾਪੇ ਸਾਨੂੰ ਸੰਪਰਕ ਕਰ ਰਹੇ ਨੇ। ਇਹ ਸਾਡੇ ਲਈ ਬਹੁਤ ਖੁਸ਼ੀ ਦੇ ਵਡਭਾਗੀ ਗੱਲ ਹੈ ਜੀ ਕਿ ਅਸੀਂ ਜੋ ਲੋਕ ਕਲਾਵਾਂ ਦਾ ਜੋ ਅਸਲ ਮੂੰਹ ਮੁਹਾਂਦਰਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਮੌਲਿਕਤਾ ਜਿਹੜੀ ਆ ਕਿਸੇ ਚੀਜ਼ ਦਾ ਜ਼ਰੂਰੀ ਆ, ਜਦੋਂ ਅਸੀਂ ਆਪਣੀ ਰੂਹਦਾਰੀ ਨਾਲ, ਆਪਣੀ ਸ਼ਿੱਦਤ ਨਾਲ, ਆਪਣੇ ਜਨੂਨ ਨਾਲ ਉਹ ਚੀਜ਼ ਅੱਗੇ ਲੈ ਕੇ ਆ ਰਹੇ ਹਾਂ ਔਰ ਉਸ ਚੀਜ਼ ਦਾ ਪ੍ਰਭਾਵ ਜਿਹੜਾ ਰਿਟਰਨ ਦੇ ਰੂਪ ਦੇ ਵਿੱਚ ਸਾਨੂੰ ਸਾਡੀਆਂ ਫੋਨ ਕਾਲਸ ਔਰ ਸਾਡੇ ਮਾਪਿਆਂ ਨੂੰ ਸਾਡੇ ਨਾਲ ਸੰਪਰਕ ਕਰਨਾ, ਸਾਡੇ ਨਾਲ ਜੁੜਨਾ, ਇਹੀ ਸਾਡਾ ਸਤਿਕਾਰ, ਸਾਡੀ ਅਸਲ ਕਮਾਈ ਸਾਨੂੰ ਲੱਗ ਰਹੀ ਹੈ। ਮਾਨ ਸਾਹਿਬ ਇੱਕ ਹੋਰ ਗੱਲ ਦੱਸਿਓ, ਜਿਹੜੇ ਕਹਿੰਦੇ ਨੇ ਹੁੰਦੇ ਵੀ ਗਾਉਣ ਵਾਲੇ ਦੀ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ। ਕਈ ਵਾਰੀ ਅਸੀਂ ਕਿਸੇ ਪਾਰਟੀ 'ਚ ਜਾਂਦੇ ਹਾਂ, ਉੱਥੇ ਨੱਚਣ ਨੂੰ ਸਾਡਾ ਮਨ ਵੀ ਕਰੀ ਜਾਂਦਾ, ਢੋਲ ਵਾਲੇ ਗੀਤ ਵੀ ਵੱਜੀ ਜਾਂਦੇ ਨੇ, ਢੋਲ ਵੀ ਵੱਜੀ ਜਾਂਦਾ, ਕਿੰਨਾ ਕੁ ਔਖਾ ਹੋ ਜਾਂਦਾ ਆਪਣੇ ਆਪ ਨੂੰ ਸਾਂਭਣਾ। ਕਈ ਵਾਰੀ ਬੰਦਾ ਸਾਂਭਦਾ ਰਹਿੰਦਾ ਹੈ ਵੀ ਨਹੀਂ ਯਾਰ ਇੱਥੇ ਨੱਚਣਾ ਨਹੀਂ, ਇੱਥੇ ਬਾਹਲੇ ਲੋਕ ਮੈਨੂੰ ਜਾਣਦੇ ਨੇ। ਕਿਵੇਂ ਕੰਟਰੋਲ ਕਰਦੇ ਹੋ ਜਾਂ ਕੰਟਰੋਲ ਹੁੰਦਾ ਹੀ ਨਹੀਂ? ਭਾਜੀ ਜੇ ਦਿਲ ਤੋਂ ਦੱਸਾਂ ਤੇ ਹੋਣਾ ਹੀ ਬਹੁਤ ਮੁਸ਼ਕਿਲ ਹੁੰਦਾ ਜੀ, ਖਾਸ ਤੌਰ ਦੇ ਉੱਤੇ ਕਿਉਂਕਿ ਨੱਚੇ ਹੀ ਇੰਨਾ ਕੁ ਗਏ ਆ ਵੀ ਮਤਲਬ ਰੂਹਦਾਰੀ ਇੰਨੀ ਗਿਆ ਕਿ ਤੁਹਾਨੂੰ ਕਿਸੇ ਚੀਜ਼ ਦੀ ਝਿਜਕ। ਦੇਖੋ ਇਹ ਵੀ ਇੱਕ ਨਵੇਕਲਾ ਪਾਣਾ ਲੋਕ ਸਾਜ਼ ਜਾਂ ਲੋਕ ਨਾਚ ਦੀ। ਜੇ ਮੈਂ ਗੱਲ ਕਰਾਂ ਸਾਜ਼ ਵਾਲਾ ਬੰਦਾ ਜਿਹੜਾ ਜਦੋਂ ਕਿਤੇ ਉਹਨੂੰ ਸਾਜ਼ ਸੁਣਦਾ ਉਹਦੀ ਦੁਨੀਆ ਖੜ ਜਾਂਦੀ ਉੱਥੇ, ਉਹਨੂੰ ਲੱਗਦਾ ਇਹੀ ਦੁਨੀਆ ਮੇਰੀ, ਉੱਥੇ ਹੀ ਮਤਲਬ ਉਹਦੇ ਸਾਰਾ ਕੁਝ ਖੜ ਜਾਂਦਾ। ਮੈਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਸਾਰੇ ਉਸਤਾਦ ਲੋਕਾਂ ਕੋਲ ਇਹ ਚੀਜ਼ਾਂ ਸਿੱਖੀਆਂ। ਕਿਵੇਂ ਇੱਕ ਵਾਰੀ ਪਿੱਛੇ ਜਿਹੇ ਉਸਤਾਦ ਨਰੇਸ਼ ਹੋਣੀ ਦੱਸਦੇ ਹੁੰਦੇ ਸੀ, ਕਹਿੰਦੇ ਮੈਂ ਇੱਕ ਘਰ 'ਚ ਲਗੋਜੇ ਵੱਜਦੇ ਹੁੰਦੇ, ਮੈਂ ਸਾਈਕਲ ਲੈ ਕੇ ਉੱਥੋਂ ਦੀ ਲੰਘਦਾ ਹੁੰਦਾ, ਮੈਂ ਰੁੱਕ ਕੇ ਉਹ ਚੀਜ਼ ਸੁਣਦਾ ਹੁੰਦਾ ਸੀ, ਲਗੋਜੇ ਸੁਣਦੇ। ਉਹ ਚੀਜ਼ਾਂ ਨੂੰ ਅਸੀਂ ਕਿਵੇਂ ਦੱਸ ਸਕਦੇ ਸੀ, ਕੀ ਇੱਕ ਆਧਾਰ ਸੀਗਾ? ਉਹੀ ਇੱਕ ਪ੍ਰੋਗਰਾਮ ਦਾ ਇੱਕ ਕੜੀ ਦੇ ਰੂਪ 'ਚ ਜਿਵੇਂ ਮੈਂ ਜ਼ਿਕਰ ਕੀਤਾ ਲੈ ਕੇ ਆਏ। ਇਵੇਂ ਹੀ ਸਾਡੇ ਕੋਲ ਲੋਕ ਨਾਚ ਹੁੰਦਾ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਜ਼ ਕਿਤੇ ਵੱਜਦਾ ਹੋਣਾ, ਦੂਰ ਗਰਾਊਂਡ 'ਚ ਵੱਜਦਾ ਹੋਣਾ, ਕਲਾਸ 'ਚ ਬੈਠਿਆਂ ਦੀ, ਚਾਹੇ ਕਲਾਸ ਮੈਥ ਦੀ ਚੱਲ ਰਹੀ ਆ ਜਾਂ ਇੰਗਲਿਸ਼ ਦੀ ਆ, ਸੁਰਤ ਉੱਥੇ ਹੁੰਦੀ ਸੀ ਕਿ ਰਿਦਮ ਕਿਹੜੀ ਵੱਜ ਰਹੀ, ਝੂਮਰ ਵੱਜ ਰਿਹਾ, ਪੰਜਾਬ ਵੱਜ ਰਿਹਾ ਜਾਂ ਕਿੱਦਾਂ। ਮੈਂ ਅਕਸਰ ਹੀ ਗੱਲ ਕਰਦਾ ਹੁੰਦਾ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈ ਜ਼ੋਰਾਵਰ ਜੀ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਨੂਰ ਜ਼ੋਰਾ ਕਹਿੰਦੇ ਹਾਂ, ਗਿੱਧਿਆਂ ਦਾ ਨੂਰ ਕਹਿੰਦੇ ਹਾਂ, ਉਹ ਸਾਡੇ ਪ੍ਰੋਗਰਾਮ 'ਚ ਆਏ ਕਿ ਉਹਨਾਂ ਨੇ ਸਾਨੂੰ, ਮੇਰੇ ਸੁਣ ਤੱਕ ਸੀਗਾ ਉਦੋਂ ਤੱਕ ਕਿ ਸਾਡਾ ਪੰਜਾਬੀਆਂ ਦਾ ਜਿਹੜਾ ਜੀਵਨ ਆ, ਅਸੀਂ ਮਾਂ ਦੀਆਂ ਲੋਰੀਆਂ ਤੋਂ ਸ਼ੁਰੂ ਹੋ ਕੇ ਜੀਵਨ ਦੇ ਅੰਤਲੇ ਸਮੇਂ ਤੱਕ ਸਾਡੇ ਲੋਕ ਗੀਤ ਸਾਡੇ ਨਾਲ ਚੱਲਦੇ ਨੇ, ਬਿਲਕੁਲ ਅੰਗ ਸੰਗ ਰਹਿੰਦੇ ਨੇ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕਹੀ, ਕਹਿੰਦੇ ਮਾਂ ਦੀ
ਕੁੱਖ 'ਚ ਜਾਣ ਤੱਕ ਜਦੋਂ ਕੁੱਖ ਹਰੀ ਹੁੰਦੀ ਆ ਉਸ ਸਮੇਂ ਤੋਂ ਹੀ ਲੋਕ ਗੀਤ ਜਿਹੜੇ ਆ ਸ਼ੁਰੂ ਹੋ ਜਾਂਦੇ ਆ ਔਰ ਉਹਦੇ ਇੰਨੇ ਕੁ ਸੋਹਣੇ ਉਹਨਾਂ ਨੇ ਪ੍ਰਭਾਵ, ਇੰਨੀਆਂ ਕੁ ਸੋਹਣੀਆਂ ਬਣ ਗਈਆਂ ਉਹਨਾਂ ਨੇ ਸਾਨੂੰ ਉਸ ਪ੍ਰੋਗਰਾਮ 'ਚ ਦੇ ਕੇ ਗਏ, ਜਿਹੜੇ ਕਿ ਜਿਹਦੇ ਪਿੱਛੋਂ ਉਸ ਪ੍ਰੋਗਰਾਮ ਤੋਂ ਬਾਅਦਾਂ ਵੀ ਲਗਭਗ ਮੇਰੇ ਕੋਲ 50 ਦੇ ਕਰੀਬ ਫੋਨ ਕਾਲਸ ਜਿਹੜੀਆਂ ਮਾਪਿਆਂ ਦੀਆਂ ਆਈਆਂ ਤੇ ਮੇਰੇ ਲਈ ਉਹ ਬਹੁਤ ਖੁਸ਼ੀ ਦੀ ਵਡਭਾਗੀ ਗੱਲ ਸੀਗੀ ਕਿ ਕਿਵੇਂ ਜੇ ਕੋਈ ਚੰਗੀ ਚੀਜ਼ ਆਉਂਦੀ ਜਾਂ ਕੋਸ਼ਿਸ਼ਾਂ ਦੇ ਵਿੱਚ ਆ ਤੇ ਕੋਸ਼ਿਸ਼ਾਂ ਨੂੰ ਬੂਰ ਲੱਗਦਾ ਜਾਂ ਸਫਲਤਾ ਕਹਿ ਲਓ ਜਾਂ ਸਾਡੀ ਉਹੀ ਇੱਕ ਸਾਡੀ ਸਾਂਝ ਆ, ਉਹੀ ਸਾਡਾ ਮਕਸਦ ਪੂਰਾ ਹੋਣ ਵਾਲੀ ਗੱਲ ਆ ਜੀ। ਸੋ ਮਾਨ ਸਾਹਿਬ, ਜਿੱਥੇ ਇਹ ਬਹੁਤ ਲਾਜ਼ਮੀ ਗੱਲਾਂ ਨੇ ਉੱਥੇ ਮੈਂ ਤੁਹਾਡੇ ਤੋਂ ਦੋ ਕੁ ਗੱਲਾਂ ਕਿਤੇ ਰਹਿ ਹੀ ਨਾ ਜਾਣ, ਆਪਾਂ ਇੱਧਰ ਉੱਧਰ ਹੀ ਲੰਘ ਜਾਈਏ ਜੀ। ਇੱਕ ਤਾਂ ਜੇਕਰ ਕਿਸੇ ਨੇ ਐਂਟਰੀ ਕਰਨੀ ਹੋਵੇ ਤੁਹਾਡੇ ਇਸ ਇਵੈਂਟ ਦੇ ਵਿੱਚ, ਉਹ ਐਂਟਰੀ ਵਾਸਤੇ ਕਿਵੇਂ ਸੰਪਰਕ ਕਰਨ? ਕੀ ਆਨਲਾਈਨ ਸੰਪਰਕ ਕਰਨਾ, ਕੀ ਫੋਨ ਤੇ ਸੰਪਰਕ ਕਰਨਾ, ਜਾਂ ਇਹਦੇ ਵਾਸਤੇ ਐਲੀਜੀਬਿਲਿਟੀ ਕੀ ਹੈ? ਕਿਵੇਂ ਤੁਹਾਡੇ ਨਾਲ ਸੰਪਰਕ ਕਰਕੇ ਕਿੱਥੋਂ ਸਾਰਾ ਕੁਝ ਪਤਾ ਕੀਤਾ ਜਾ ਸਕਦਾ ਜੀ? ਜਾਣਕਾਰੀ ਲਈ ਤੁਸੀਂ ਫੋਕ ਸਟਾਰ ਆਰਟਸ ਅਕੈਡਮੀ ਦੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਾ ਕੇ ਸਾਡੀਆਂ ਪੋਸਟਰਸ ਵੀ ਨੇ, ਉਹਦੇ ਉੱਤੇ ਅਸੀਂ ਸਪੈਸ਼ਲ ਉਹਦੇ ਉੱਤੇ ਇੱਕ ਲਾਈਵ ਸੈਗਮੈਂਟ ਕਰਕੇ ਵੀ ਪਾਇਆ ਹੋਇਆ ਜੀ ਕਿ ਜਿਹਦੇ ਵਿੱਚ ਤੁਸੀਂ ਜਾਣਕਾਰੀ ਲੈ ਸਕਦੇ ਹੋ। ਪਰ ਸੰਖੇਪ 'ਚ ਵਿੱਚ ਜੇ ਮੈਂ ਕਹਿਣਾ ਹੋਵੇ ਤੇ ਸਭਨਾਂ ਦੇ ਲਈ ਇੱਕ ਉਮਰ ਵਰਗ ਦਾ ਇੱਕ ਜਿਹੜਾ ਸੀ ਪੜਾਅ ਜਿਹੜਾ ਸੀ ਚੁਣਿਆ ਸੀ, ਉਹ ਸੀਗਾ ਕਿ 14 ਵਰ੍ਹੇ ਤੋਂ ਉੱਪਰ ਕੋਈ ਵੀ ਉਮਰ ਵਰਗ ਹੋਵੇ ਉਹ ਇਹਦੇ ਵਿੱਚ ਭਾਗ ਲੈ ਸਕਦੇ ਜੀ। ਜਿਹੜੀ ਖਾਸ ਤੌਰ ਦੇ ਉੱਤੇ ਜਿਹੜੀ ਤੁਸੀਂ ਵੀਡੀਓ ਸਾਨੂੰ ਭੇਜਣੀ ਆ ਉਹਦੇ ਵਿੱਚ ਕੋਈ ਐਡੀਟੇਸ਼ਨ ਨਾ ਹੋਵੇ, ਕੋਈ ਐਡਿਟ ਨਾ ਹੋਇਆ ਹੋਵੇ, ਤੁਸੀਂ ਉਹ ਲਾਈਵ ਵੀਡੀਓ ਜਿਹੜੀ ਆ ਰਾਹ ਵੀਡੀਓ ਹੋਵੇ, ਹਾਂਜੀ ਬਿਲਕੁਲ, ਉਹ 3 ਮਿੰਟ ਤੱਕ ਦਾ ਉਹਦਾ ਸਮਾਂ ਹੋਵੇ, ਉਹ ਸਾਨੂੰ ਭੇਜਣੀ ਹੈ। ਖਾਸ ਤੌਰ ਦੇ ਉੱਤੇ ਜਿਹੜੀ ਵੀ ਕੋਈ ਲੋਕ ਕਲਾ ਜਾਂ ਲੋਕ ਨਾਚ ਤੁਸੀਂ ਜਿਹਦੀ ਵੀਡੀਓ ਭੇਜ ਰਹੇ ਹੋ ਉਹਦੀ ਸੰਖੇਪ 'ਚ ਸਾਨੂੰ ਜਾਣਕਾਰੀ ਜ਼ਰੂਰ ਭੇਜਣੀ ਹੈ, ਕਿਉਂਕਿ ਉਹ ਚੀਜ਼ ਅਸੀਂ ਇੱਥੇ ਡਿਸਕ੍ਰਾਈਬ ਕਰ ਸਕੀਏ ਕਿ ਕਿਵੇਂ ਉਹ ਲੋਕ ਨਾਚ ਕਿਹਦੀ ਤਰਜਮਾਨੀ ਕਰ ਰਿਹਾ, ਕਿਹਨੂੰ ਡਿਸਕ੍ਰਿਪਸ਼ਨ ਜ਼ਰੂਰ ਹੋਵੇ। ਸੋ ਇਹਦੇ ਲਈ ਇਹ ਜ਼ਰੂਰੀ ਹੈ ਕਿਉਂਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ, ਕਿਉਂਕਿ ਕਈ ਵਾਰੀ ਭਾਸ਼ਾ ਜਿਹੜੀ ਉੜਿੱਕਾ ਬਣਦੀ, ਪਰ ਉਹਨਾਂ ਨੂੰ ਇੱਕ ਇੰਗਲਿਸ਼ ਇੱਕ ਇਹੋ ਜਿਹਾ ਮਾਧਿਅਮ ਹੈ ਜਿਹਦੇ ਨਾਲ ਅਸੀਂ ਉਹਨਾਂ ਨੂੰ ਵੀ ਦੱਸ ਸਕੀਏ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਹੋਰ ਸੰਸਾਰ ਭਰ ਦੇ ਵਿੱਚ ਲੋਕਾਂ ਨੂੰ ਕਿ ਝੂਮਰ ਕੀ ਆ, ਗਿੱਧਾ ਕੀ ਆ, ਲੋਕ ਨਾਚ ਭੰਗੜਾ ਕੀ ਆ, ਔਰ ਉਹਨਾਂ ਦੇ ਲੋਕ ਨਾਚਾਂ ਨੂੰ ਵੀ ਅਸੀਂ ਸਿੱਖ ਸਕੀਏ ਜਾਂ ਸਮਝ ਸਕੀਏ ਕਿ ਉਹਨਾਂ ਦੇ ਲੋਕ ਨਾਚ ਕਿਹੜੇ। ਜਾਣ ਤੋਂ ਪਹਿਲਾਂ ਫੋਨ ਨੰਬਰ ਵੀ ਦਿਓ ਤਾਂ ਕਿ ਜੇਕਰ ਕਿਸੇ ਨੇ ਸੰਪਰਕ ਕਰਨਾ ਹੋਵੇ ਕਿੱਥੇ ਕੀਤਾ ਜਾ ਸਕੇ। ਸਾਡੀ ਸੰਸਥਾ ਦੇ ਨਾਲ ਤੁਸੀਂ ਜੇਕਰ ਸੰਪਰਕ ਕਰਨਾ ਹੋਵੇ ਤਾਂ 604 375 1300 ਸਾਡਾ ਫੋਨ ਨੰਬਰ ਹੈ ਜੀ। ਇਹਦੇ ਨਾਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਦਾ ਅੱਜਕੱਲ੍ਹ ਜ਼ਮਾਨਾ, ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਸਾਨੂੰ ਫੋਕ ਸਟਾਰ ਆਰਟਸ ਅਕੈਡਮੀ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਉੱਪਰ ਜਾ ਸਕਦੇ ਹੋ। ਫੋਕ ਸਟਾਰ ਆਰਟਸ ਅਕੈਡਮੀ ਦੇ ਪੇਜ 'ਤੇ ਸਾਡਾ ਇੰਸਟਾਗ੍ਰਾਮ 'ਤੇ ਪੇਜ ਹੈ, ਉਹਦੇ ਉੱਪਰ ਸਾਡੀਆਂ ਵਧੇਰੇ ਜੋ ਸਾਡੀਆਂ ਗਤੀਵਿਧੀਆਂ ਚੱਲ ਰਹੀਆਂ ਨੇ, ਜੋ ਸਾਡੇ ਯਤਨ ਕੀਤੇ ਜਾ ਰਹੇ ਨੇ, ਉਹਨਾਂ ਦੇ ਨਾਲ ਤੁਸੀਂ ਜਾਣਕਾਰੀ ਵੱਧ ਤੋਂ ਵੱਧ ਲੈ ਸਕਦੇ ਹੋ ਜੀ। ਸੋ ਇਸ ਦੇ ਨਾਲ ਹੀ ਮਾਨ ਸਾਹਿਬ ਸਮਾਂ ਲਗਭਗ ਸਮਾਪਤ ਹੋ ਗਿਆ। ਵਡਮੁੱਲੀ ਜਾਣਕਾਰੀ ਦੇਣ ਵਾਸਤੇ ਧੰਨਵਾਦ। ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਕਮਲਦੀਪ ਸਿੰਘ ਮਾਨ, ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦੀ ਸੰਸਥਾ ਆਨਲਾਈਨ ਦੁਨੀਆ ਭਰ ਦੇ ਲੋਕ ਨਾਚਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਮੁਕਾਬਲੇ ਕਰਵਾ ਰਹੀ ਹੈ। ਤੁਸੀਂ ਭੰਗੜਾ ਕੋਈ ਸਾਜ਼ ਸਿੱਖਣਾ ਚਾਹੁੰਦੇ ਹੋ ਤਾਂ ਵੀ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਵਿਰਸੇ ਵਿਰਾਸਤ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ? ਆਪਣੀ ਕੀਮਤੀ ਰਾਏ ਸਾਡੇ ਤੱਕ ਜ਼ਰੂਰ ਪੁੱਜਦੀ ਕਰਿਓ। ਹੁਣ ਸਮਾਂ ਸਮਾਪਤ ਹੀ ਆ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।